वेस्पर थ्योरी रजे टॉपिक है अपना नेक्स्ट आफ्टर डाइपोल मोमेंट एंड फजान रूल्स वी आर गोइंग टू डिस्कस वेस्पर थ्योरी। ठीक है, ਵੈਸਪਰ ਥਿਊਰੀ ਦੇ ਵਿੱਚ ਜਿਹੜੇ ਹੈਗੇ ਪਹਿਲਾਂ ਆਪਾਂ ਫੁੱਲ ਫਾਰਮ ਜਿਹੜੀ ਡਿਸਕਸ ਕਰਦੇ ਹਾਂ। ਫੁੱਲ ਫਾਰਮ ਇਜ਼ ਵੈਲੈਂਸ ਸ਼ੈਲ ਇਲੈਕਟ੍ਰੋਨ ਪੇਅਰ ਰਿਪਲਸ਼ਨ ਥਿਊਰੀ। ਵੈਲੈਂਸ ਸ਼ੈਲ ਇਲੈਕਟ੍ਰੋਨ ਪੇਅਰ ਰਿਪਲਸ਼ਨਸ ਥਿਊਰੀ ਹੈ ਇਹ ਜਿਹੜੀ ਥਿਊਰੀ ਹੈ ਇਹ ਦੇਖੋ ਇਹਦਾ ਨੇਮ ਇੰਡੀਕੇਟ ਕਰ ਰਿਹਾ ਕਿ ਵੈਲੈਂਸ ਸ਼ੈਲ ਹੈ। ਤਾਂ ਇਹ ਵੈਲੈਂਸ ਸ਼ੈਲ ਦੇ ਉੱਪਰ ਜਿਹੜੇ ਹੈਗੇ ਇਲੈਕਟ੍ਰੋਨਸ ਉਹਨਾਂ 'ਤੇ ਬੇਸਡ ਹੋਊਗੀ ਕਿ ਉਹਨਾਂ ਦੇ ਵਿੱਚ ਰਿਪਲਸ਼ਨਸ ਹੁੰਦੀਆਂ ਤਾਂ ਕੀ ਕ੍ਰੀਏਟ ਹੁੰਦਾ ਹੈ ਜਾਂ ਕੀ ਸਟੇਬਿਲਿਟੀ ਕੁਛ ਵੀ ਜਿਹੜੀ ਵੀ ਚੀਜ਼ ਹੈ ਜਿਹੜੀ ਡਿਸਕਸ ਕਰਨੀ ਹੈ। ਇਹ ਟੌਪਿਕ 'ਚ ਕਿਹੜੇ ਦੇ ਅੰਡਰ ਆਉਂਦੀ ਹੈ ਆਪਣੇ ਕੋਲੇ ਜਿਓਮੈਟਰੀ ਆਫ ਮੋਲੀਕਿਊਲਸ। ਇਹ ਕਿਹੜੇ ਟੌਪਿਕ ਦੇ ਅੰਡਰ ਆਉਂਦੀ ਹੈ ਆਪਣੇ ਕੋਲੇ ਜਿਓਮੈਟਰੀ ਆਫ ਮੋਲੀਕਿਊਲਸ। ਜਿਹੜਾ ਆਪਣੇ ਕੋਲੇ ਮੋਲੀਕਿਊਲ ਆ ਕੋਈ ਵੀ ਮੋਲੀਕਿਊਲ ਉਹਦੀਆਂ ਜਿਓਮੈਟਰੀਜ਼ ਡਿਸਕਸ ਕਰਨੀਆਂ ਨੇ। ਹੁਣ ਆਪਾਂ ਉਹਦੀਆਂ ਜਿਓਮੈਟਰੀਜ਼ ਡਿਸਕਸ ਕਰਾਂਗੇ ਤਾਂ ਜਿਓਮੈਟਰੀ ਦਾ ਮਤਲਬ ਹੁੰਦਾ ਸ਼ੇਪ ਕਿ ਜਿਹੜੇ ਉਹਦੇ ਮੋਲੀਕਿਊਲ ਦੇ ਐਟਮਸ ਨੇ ਉਹ ਸਪੇਸ ਦੇ ਵਿੱਚ ਉਹਨਾਂ ਨੇ ਆਪਦੇ ਆਪ ਨੂੰ ਕਿਵੇਂ ਅਰੇਂਜ ਕੀਤਾ ਹੋਇਆ ਉਹ ਉਹਦੀ ਸ਼ੇਪ ਹੁੰਦੀ ਹੈ। ਜਿਵੇਂ ਹੁਣ ਕੋਈ ਮੋਲੀਕਿਊਲ ਮੈਂ ਕਹਿ ਤੁਹਾਨੂੰ AB4 ਹੈ ਕਿ ਇਹਦੀ ਸ਼ੇਪ ਡਰੋ ਕਰੋ। ਮੰਨ ਲਓ ਮੈਂ 10 ਸਟੂਡੈਂਟਸ ਨੂੰ ਕਹਿ ਤਾਂ ਉਹ ਮੈਨੂੰ ਕੀ ਆ ਜਦੋਂ ਮੈਂ ਉਹਨਾਂ ਨੂੰ ਕੋਈ ਰੂਲ ਨਹੀਂ ਦੱਸਿਆ ਵੀ ਸ਼ੇਪ ਕਿਵੇਂ ਬਣਾਉਣੀ ਹੈ ਤਾਂ ਉਹਦੀਆਂ ਸ਼ੇਪ ਜਿਹੜੀਆਂ ਹੈਗੀਆਂ ਇਸ ਤਰੀਕੇ ਨਾਲ ਵੀ ਹੋ ਸਕਦੀਆਂ, ਉਹ ਇਸ ਤਰੀਕੇ ਨਾਲ ਵੀ ਡਰੋ ਕਰ ਸਕਦੇ ਆ, ਉਹ ਇਸ ਤਰੀਕੇ ਨਾਲ ਵੀ ਡਰੋ ਕਰ ਸਕਦੇ ਆ। ਮੀਨਸ ਉਹ ਕਿਵੇਂ ਵੀ ਅਰੇਂਜ ਕਰ ਸਕਦੇ ਆ ਇਹਨਾਂ ਨੂੰ। ਠੀਕ ਹੈ, ਤਾਂ ਮੀਨਸ ਮੇਰੇ ਕੋਲ 10 ਸ਼ੇਪਸ ਆ ਜਾਣਗੀਆਂ ਜਿਵੇਂ 10 ਡਿਫਰੈਂਟ ਸਟੂਡੈਂਟਸ ਨੂੰ ਦੇਵਾਂਗੀ ਕਿ ਤੁਸੀਂ ਡਿਫਰੈਂਟ ਸ਼ੇਪਸ ਦੇਣੀਆਂ ਨੇ। ਅਤੇ ਜਦੋਂ ਹੁਣ ਆਪਾਂ ਮੋਲੀਕਿਊਲ ਦੀ ਗੱਲ ਕਰਾਂਗੇ ਤਾਂ ਉਹਦੀ ਇੱਕ ਫਿਕਸ ਸ਼ੇਪ ਹੋਣੀ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਕਿਉਂਕਿ ਮੋਲੀਕਿਊਲ ਇਕੱਲੇ ਆਪਾਂ ਤਾਂ ਯੂਜ਼ ਨਹੀਂ ਕਰ ਰਹੇ, ਉਹ ਆਲ ਓਵਰ ਦਾ ਵਰਲਡ ਯੂਜ਼ ਹੋ ਰਿਹਾ। ਜਦੋਂ ਉਹ ਮੋਲੀਕਿਊਲ ਆਲ ਓਵਰ ਦਾ ਵਰਲਡ ਯੂਜ਼ ਹੋ ਰਿਹਾ ਤਾਂ ਜਿਹੜੀ ਉਹਦੀ ਆਪਣੇ ਕੋਲ ਇੱਕ ਸ਼ੇਪ ਆਊਗੀ ਉਹ ਵੀ ਆਲ ਓਵਰ ਦਾ ਵਰਲਡ ਐਕਸੈਪਟਡ ਹੋਣੀ ਚਾਹੀਦੀ ਹੈ। ਜਦੋਂ ਉਹ ਆਲ ਓਵਰ ਦਾ ਵਰਲਡ ਐਕਸੈਪਟਡ ਤਾਂ ਹੀ ਹੋਊਗੀ ਜੇ ਉਹਦੀ ਇੱਕ ਸ਼ੇਪ ਹੋਊਗੀ। ਇੱਕ ਸ਼ੇਪ ਕਿਵੇਂ ਬਣ ਸਕਦੀ ਹੈ? ਵਿਦਇਨ ਦਾ ਰੂਲਸ, ਕਿ ਕੋਈ ਰੂਲ ਹੋਣ ਉਸ ਚੀਜ਼ ਨੂੰ ਬਣਾਉਣ ਦੇ ਤਾਂ ਉਹ ਜਿਹੜੀ ਹੈਗੀ ਆਪਣੇ ਕੋਲ ਸ਼ੇਪ ਹੈ ਜਿਹੜੀ ਉਹ ਐਗਜ਼ਿਸਟ ਕਰੇ। ਕਿਉਂਕਿ ਸਾਰੀਆਂ ਸ਼ੇਪਸ ਪੋਸੀਬਲ ਹੈਗੀਆਂ ਨੇ ਪਰ ਇਹਨਾਂ ਵਿੱਚੋਂ ਸ਼ੇਪ ਜਿਹੜੀ ਸਿਲੈਕਟ ਕਰਨੀ ਆ ਜਾਂ ਜਿਹੜੀ ਸ਼ੇਪ ਪੋਸੀਬਲ ਹੋਊਗੀ ਉਹ ਸ਼ੇਪ ਕਿਹੜੀ ਹੋਊਗੀ ਵਿਚ ਹੈਜ਼ ਲੋ ਐਨਰਜੀ, ਜਿਹਦੀ ਐਨਰਜੀ ਕੀ ਹੈ ਲੋਅਰ ਹੈ। ਉਹ ਸ਼ੇਪ ਹੈ ਜਿਹੜੀ ਉਹ ਮੋਸਟ ਸਟੇਬਲ ਹੋਊਗੀ ਅਤੇ ਸਟੇਬਲ ਚੀਜ਼ ਹੀ ਐਗਜ਼ਿਸਟ ਕਰਦੀ ਹੈ। ਦੈਟ ਮੀਨਸ ਉਹੀ ਸ਼ੇਪ ਹੈ ਜਿਹੜੀ ਐਗਜ਼ਿਸਟ ਕਰੂਗੀ ਇਹਨਾਂ ਸਾਰੀਆਂ ਦੇ ਵਿੱਚੋਂ ਜਿਹਦੀ ਐਨਰਜੀ ਘੱਟ ਹੋਊਗੀ ਅਤੇ ਸਟੇਬਿਲਿਟੀ ਜ਼ਿਆਦਾ ਹੋਊਗੀ AB4 ਦੇ ਵਿੱਚੋਂ। ਠੀਕ ਹੈ, ਕੋਈ ਵੀ ਮਤਲਬ ਕੋਈ ਵੀ ਮੋਲੀਕਿਊਲ ਹੋ ਸਕਦਾ, ਮੈਂ AB4 ਦੀ ਐਗਜ਼ਾਮਪਲ ਲਈ ਆ। ਉਹਦੀ ਕੋਈ ਵੀ ਸ਼ੇਪ ਹੈ ਜਿਹੜੀ ਵਿਦਇਨ ਦਾ ਸੈੱਟ ਆਫ ਰੂਲਸ ਬਣੂਗੀ। ਉਹ ਰੂਲਸ ਵਾਸਤੇ ਹੌਲੀ ਹੌਲੀ ਸਾਇੰਟਿਸਟ ਨੇ ਜਨਰੇਟ ਕੀਤੇ ਕਿਉਂਕਿ ਇੱਕਦਮ ਤਾਂ ਰੂਲਸ ਨਹੀਂ ਬਣਦੇ। ਤਾਂ ਉਹਨਾਂ ਨੇ ਪਹਿਲਾਂ ਸਟੱਡੀ ਕੀਤਾ ਮੋਲੀਕਿਊਲਸ ਨੂੰ, ਫਿਰ ਉਹਨਾਂ ਦੀਆਂ ਥਿਊਰੀਜ਼ ਬਣਾਈਆਂ। ਉਹਨਾਂ ਦੀਆਂ ਥਿਊਰੀਜ਼ ਇੱਕ ਮੋਲੀਕਿਊਲ ਦੀ ਸ਼ੇਪ ਨੂੰ ਲਿਖਣ ਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਆ। ਸ਼ੇਪ ਉਹਦੀ ਉਹੀ ਰਹੂਗੀ, ਉਹਨੂੰ ਕੱਢਣ ਦੇ ਜਾਂ ਸ਼ੇਪ ਨੂੰ ਕੈਲਕੂਲੇਟ ਕਰਨ ਦੇ ਕਿ ਕਿਵੇਂ ਇਹਦੀ ਸ਼ੇਪ ਕਿਵੇਂ ਬਣ ਸਕਦੀ ਆ ਉਹ ਤਰੀਕੇ ਆਪਣੇ ਕੋਲ ਅਲੱਗ-ਅਲੱਗ ਹੈਗੇ ਆ। ਤਾਂ ਉਹਦੇ ਵਿੱਚੋਂ ਹੁਣ ਆਪਣੇ ਕੋਲ ਸਭ ਤੋਂ ਪਹਿਲਾਂ ਹੈਗੀ ਹੈ ਜਿਹੜੀ ਉਹ ਹੈਗੀ ਹੈ ਵੈਸਪਰ ਥਿਊਰੀ ਹੈ। ਵੈਸਪਰ ਥਿਊਰੀ ਦੇ ਮੈਂ ਫੁੱਲ ਫਾਰਮ ਤੁਹਾਨੂੰ ਦੱਸ ਹੀ ਦਿੱਤੀ ਹੈ, ਵੈਲੈਂਸ ਸ਼ੈਲ ਇਲੈਕਟ੍ਰੋਨ ਪੇਅਰ ਰਿਪਲਸ਼ਨ ਥਿਊਰੀ ਹੈ ਇਹ। ਹੁਣ ਇਹਦੇ ਮੇਨ ਪੁਆਇੰਟਸ 'ਤੇ ਆ ਜੋ ਮੇਨ ਪੁਆਇੰਟ ਕੀ ਹੈ ਪਹਿਲਾ ਕਿ ਸ਼ੇਪ ਆਫ ਦਾ ਮੋਲੀਕਿਊਲ ਡਿਪੈਂਡਸ ਅਪੋਨ ਦਾ ਨੰਬਰ ਆਫ ਵੈਲੈਂਸ ਸ਼ੈਲ ਇਲੈਕਟ੍ਰੋਨਸ ਅਰਾਊਂਡ ਦਾ ਸੈਂਟਰਲ ਐਟਮ। ਕਿ ਜਿਹੜੀ ਸ਼ੇਪ ਆ ਮੋਲੀਕਿਊਲ ਦੀ ਉਹ ਕਿਹਦੇ 'ਤੇ ਡਿਪੈਂਡ ਕਰੂਗੀ ਨੰਬਰ ਆਫ ਵੈਲੈਂਸ ਸ਼ੈਲ ਇਲੈਕਟ੍ਰੋਨਸ। ਇਲੈਕਟ੍ਰੋਨ ਦੇ ਜਿਹੜੇ ਵੈਲੈਂਸ ਸ਼ੈਲ ਇਲੈਕਟ੍ਰੋਨ ਪੇਅਰ ਹੈ, ਐਕਚੁਅਲੀ ਇੱਥੇ ਇਲੈਕਟ੍ਰੋਨ ਪੇਅਰ ਆਏਗਾ ਕਿ ਕਿੰਨੇ ਇਲੈਕਟ੍ਰੋਨ ਦੇ ਪੇਅਰ ਉਹਦੇ ਆਸੇ ਪਾਸੇ ਹੈਗੇ ਆ ਉਹਦੇ ਅਕੋਰਡਿੰਗਲੀ ਉਹਦੀ ਸ਼ੇਪ ਆ। ਜੇ 2 ਇਲੈਕਟ੍ਰੋਨ ਪੇਅਰ ਆ ਤਾਂ ਅਲੱਗ ਸ਼ੇਪ ਆ, ਜੇ 3 ਆ ਤਾਂ ਅਲੱਗ, ਜੇ 4 ਆ ਤਾਂ ਅਲੱਗ। ਉਹ ਅੱਗੇ ਆਪਾਂ ਦੇਖਦੇ ਹਾਂ। ਹੁਣ ਇਲੈਕਟ੍ਰੋਨ ਪੇਅਰ ਜਿਹੜੇ ਵੈਲੈਂਸ ਸ਼ੈਲ ਦੇ ਵਿੱਚ ਹੈਗੇ ਆ ਉਹ ਇੱਕ ਦੂਜੇ ਨੂੰ ਕੀ ਕਰਦੇ ਆ ਰਿਪੈਲ ਕਰਦੇ ਆ। ਕਿਉਂ ਰਿਪੈਲ ਕਰਦੇ ਆ? ਕਿਉਂਕਿ ਉਹ ਸੇਮ ਚਾਰਜ ਆ, ਉਹਨਾਂ 'ਤੇ ਨੈਗੇਟਿਵ ਚਾਰਜ ਹੈ। ਠੀਕ ਹੈ, ਜਦੋਂ ਇਲੈਕਟ੍ਰੋਨਸ ਵੈਲੈਂਸ ਸ਼ੈਲ ਆਪਣੇ ਕੋਲ ਉਹਦੇ 'ਤੇ ਇਲੈਕਟ੍ਰੋਨ ਪਏ ਆ ਉਹ ਇਲੈਕਟ੍ਰੋਨ ਇੱਕ ਦੂਜੇ ਨੂੰ ਕੀ ਕਰਦੇ ਆ ਰਿਪੈਲ ਕਰਕੇ ਉਹ ਕੀ ਹੋਣਗੇ ਦੂਰ ਦੂਰ ਹੋਣਗੇ। ਜੇ ਉਹ ਦੂਰ ਹੋਣਗੇ ਤਾਂ ਉਹਨਾਂ ਦੀਆਂ ਰਿਪਲਸ਼ਨਸ ਘਟਣਗੀਆਂ। ਦੈਟ ਮੀਨਸ ਇਲੈਕਟ੍ਰੋਨ ਆਪਦੀਆਂ ਰਿਪਲਸ਼ਨਸ ਨੂੰ ਕੀ ਕਰਨਾ ਚਾਹੁੰਦੇ ਆ ਲੈਸ ਕਰਨਾ ਚਾਹੁੰਦੇ ਆ। ਜਦੋਂ ਉਹ ਇਲੈਕਟ੍ਰੋਨਸ ਨੂੰ ਰਿਪਲਸ਼ਨਸ ਨੂੰ ਲੈਸ ਕਰਨਾ ਚਾਹੁੰਦੇ ਆ ਤਾਂ ਲੈਸ ਕਿਵੇਂ ਹੋਣਗੀਆਂ ਬਾਏ ਮੈਕਸੀਮਮ ਡਿਸਟੈਂਸ, ਵੀ ਉਹਨਾਂ ਦਾ ਜਿਹੜਾ ਡਿਸਟੈਂਸ ਆ ਉਹ ਮੈਕਸੀਮਮ ਹੋ ਜੇ ਫਿਰ ਰਿਪਲਸ਼ਨਸ ਘੱਟ ਜਾਣਗੀਆਂ। ਤੁਸੀਂ ਵੀ ਜੇ ਕਿਸੇ ਨਾਲ ਲੜ ਜਾਂਦੇ ਹੋ ਤਾਂ ਲੜ ਪੈਂਦੇ ਹੋ ਕਲਾਸ ਦੇ ਵਿੱਚ ਜਾਂ ਕਿਤੇ ਘਰੇ ਵੀ ਤਾਂ ਉਹ ਤੋਂ ਦੂਰ ਹੋ ਕੇ ਬਹਿ ਜਾਂਦੇ ਹੋ, ਰਿਪਲਸ਼ਨਸ ਘੱਟ ਜਾਂਦੀਆਂ, ਡਿਸਟੈਂਸ ਵੱਧ ਜਾਂਦਾ।
ਤਾਂ ਰਿਪਲਸ਼ਨਸ ਘੱਟ ਗਈਆਂ ਇੱਥੇ। ਤਾਂ ਇਲੈਕਟ੍ਰੋਨਸ ਦੇ ਵਿੱਚ ਰਿਪਲਸ਼ਨਸ ਕਿਉਂ ਹੁੰਦੀਆਂ? ਡਿਊ ਟੂ ਸੇਮ ਚਾਰਜ ਦਾ ਕਰਕੇ ਉਹਦੇ ਵਿੱਚ ਰਿਪਲਸ਼ਨਸ ਹੁੰਦੀਆਂ। ਰਿਪਲਸ਼ਨਸ ਦਾ ਕਰਕੇ ਉਹ ਜਿਹੜੇ ਇਲੈਕਟ੍ਰੋਨਸ ਆ ਉਹ ਮੈਕਸੀਮਮ ਡਿਸਟੈਂਸ ਅਟੇਨ ਕਰਨਾ ਚਾਹੁੰਦੇ ਆ। ਜਦੋਂ ਮੈਕਸੀਮਮ ਡਿਸਟੈਂਸ ਅਟੇਨ ਕਰਨਗੇ ਦੈਟ ਮੀਨਸ ਉਹ ਕੀ ਆਪਣੇ ਕੋਲੇ ਇਲੈਕਟ੍ਰੋਨਸ ਜਿਹੜੀਆਂ ਹੈਗੀਆਂ ਉਹ ਪੋਜੀਸ਼ਨਸ ਆਕੂਪਾਈ ਕਰਦੇ ਆ ਵੀ ਉਹਨਾਂ ਦੀਆਂ ਰਿਪਲਸ਼ਨਸ ਘੱਟ ਜਾਣ। ਜੇ ਤੁਸੀਂ ਵੈਲੈਂਸ ਸ਼ੈੱਲ ਨੂੰ ਇੱਕ ਸਫੀਅਰ ਲੈਂਦੇ ਹੋ, ਤਾਂ ਵੈਲੈਂਸ ਸ਼ੈੱਲ ਦੇ ਸਫੀਅਰ ਦੇ ਵਿੱਚ ਇਲੈਕਟ੍ਰੋਨ ਉਹਨਾਂ ਪੋਜੀਸ਼ਨਸ 'ਤੇ ਜਾਣਾ ਚਾਹੁਣਗੇ ਜਿੱਥੇ ਉਹਨਾਂ 'ਚ ਡਿਸਟੈਂਸ ਕੀ ਹੋ ਜੇ, ਮੈਕਸੀਮਮ ਹੋ ਜੇ। ਡਿਸਟੈਂਸ ਕੀ ਹੋ ਜੇ, ਮੈਕਸੀਮਮ ਹੋ ਜੇ, ਅਤੇ ਜਿਹੜੀਆਂ ਰਿਪਲਸ਼ਨਸ ਆ ਉਹ ਮਿਨੀਮਮ ਹੋ ਜਾਣ। ਠੀਕ ਹੈ, ਆਹੀ ਇਹਦੇ 'ਚ ਪੁਆਇੰਟਸ ਲਿਖੇ ਹੋਏ ਆ। ਉਸ ਤੋਂ ਬਾਅਦ ਰਿਪਲਸ਼ਨਸ ਦਾ ਆਰਡਰ ਹੈ ਕਿ ਕਿਉਂਕਿ ਹੁਣ ਆਪਣੇ ਕੋਲੇ ਇਲੈਕਟ੍ਰੋਨ ਦੋ ਟਾਈਪ ਦੇ ਹੁੰਦੇ ਆ ਜਦੋਂ ਵੀ ਆਪਣੇ ਕੋਲੇ ਮੋਲੀਕਿਊਲ ਆਉਂਦਾ। ਮੋਲੀਕਿਊਲ ਦੇ ਸੈਂਟਰਲ ਐਟਮ 'ਤੇ ਜਾਂ ਬੌਂਡ ਪੇਅਰ ਹੋਣਗੇ ਮੰਨ ਲਓ, ਅਤੇ ਆਹ ਲੋਨ ਪੇਅਰ ਰਹਿ ਗਿਆ। ਇਹ ਜਿਹੜੇ ਬੌਂਡ ਪੇਅਰ ਹੈ, ਇਹ ਬੌਂਡ ਪੇਅਰ ਇਲੈਕਟ੍ਰੋਨ ਆਪਣੇ ਕੋਲੇ ਦੋ ਟਾਈਪ ਦੇ ਹੋ ਗਏ, ਬੌਂਡ ਪੇਅਰ ਅਤੇ ਲੋਨ ਪੇਅਰ। ਜਾਂ ਤਾਂ ਉਹਨਾਂ ਨੇ ਬੌਂਡ ਬਣਾਇਆ ਅਤੇ ਜਾਂ ਨਹੀਂ ਬਣਾਇਆ, ਦੋ ਹੀ ਕੰਮ ਹੈ ਇਲੈਕਟ੍ਰੋਨ ਦੇ ਬੌਂਡ ਬਣਾਉਣ ਦਾ। ਜੇ ਉਹਨਾਂ ਨੇ ਬੌਂਡ ਨਹੀਂ ਬਣਾਇਆ ਤਾਂ ਉਹ ਲੋਨ ਪੇਅਰ ਹੈ। ਲੋਨ ਪੇਅਰ ਕੀ ਹੁੰਦੇ ਆ? ਫ੍ਰੀ ਹੁੰਦੇ ਆ, ਉਹਨਾਂ ਨੇ ਕੋਈ ਕੰਮ ਨਹੀਂ ਕਰਨਾ, ਉਹ ਲੜਾਈਆਂ ਸਭ ਤੋਂ ਜ਼ਿਆਦਾ ਕਰਦੇ ਆ। ਬੌਂਡ ਪੇਅਰ ਜਿਹੜੇ ਕੰਮ 'ਚ ਬਿਜ਼ੀ ਨੇ ਉਹ ਕੀ ਨੇ? ਲੜਾਈਆਂ ਘੱਟ ਕਰਦੇ ਆ। ਆਪਾਂ ਵੈਸੇ ਵੀ ਵੇਖਦੇ ਜਿਹੜਾ ਬੰਦਾ ਕੰਮ 'ਚ ਬਿਜ਼ੀ ਹੁੰਦਾ ਉਹ ਲੜਾਈਆਂ ਘੱਟ ਕਰਦਾ ਤਾਂ ਹੈ ਬਟ ਉਹ ਘੱਟ ਕਰਦਾ। ਜਿਹੜਾ ਵਿਹਲਾ ਉਹਦਾ ਦਿਮਾਗ ਹਮੇਸ਼ਾ ਸ਼ੈਤਾਨੀਆਂ ਵੱਲ ਤੁਰਿਆ ਰਹਿੰਦਾ, ਉਹ ਹਮੇਸ਼ਾ ਕੋਈ ਨਾ ਕੋਈ ਟਰਬਲ ਕ੍ਰੀਏਟ ਕਰਦਾ ਰਹਿੰਦਾ। ਠੀਕ ਹੈ, ਤਾਂ ਇਵੇਂ ਲੋਨ ਪੇਅਰਸ ਆ ਜਿਹੜੇ ਉਹ ਰਿਪਲਸ਼ਨਸ ਜ਼ਿਆਦਾ ਕਰਦੇ ਆ। ਠੀਕ ਹੈ, ਇਹ ਰਿਪਲਸ਼ਨਸ ਮੋਰ ਕ੍ਰੀਏਟ ਕਰਦੇ ਆ, ਅਤੇ ਬੌਂਡ ਪੇਅਰ ਆ ਜਿਹੜੇ ਇਹ ਲੈਸ ਰਿਪਲਸ਼ਨਸ ਕ੍ਰੀਏਟ ਕਰਦੇ ਆ। ਰਿਪਲਸ਼ਨਸ ਹੁੰਦੀਆਂ ਜ਼ਰੂਰ ਹੈ, ਕਿਉਂ ਹੁੰਦੀਆਂ? ਕਿਉਂਕਿ ਬੌਂਡ ਵੀ ਜਿਹੜੇ ਹੈਗੇ ਇਲੈਕਟ੍ਰੋਨਸ ਤੋਂ ਮਿਲ ਕੇ ਬਣੇ ਆ, ਅਤੇ ਲੋਨ ਪੇਅਰ ਵੀ ਇਲੈਕਟ੍ਰੋਨ ਆ। ਇਲੈਕਟ੍ਰੋਨ 'ਚ ਰਿਪਲਸ਼ਨ ਤਾਂ ਹੋਊਗੀ, ਬਸ ਉਹਦਾ ਮੈਗਨੀਟਿਊਡ ਅਲੱਗ-ਅਲੱਗ ਹੋ ਜਾਂਦਾ। ਕਿ ਜਿਵੇਂ ਹੁਣ ਆਪਣੇ ਕੋਲੇ ਜੇ ਦੋ ਲੋਨ ਪੇਅਰ ਹੈ ਤਾਂ ਦੋ ਲੋਨ ਪੇਅਰ ਦੇ ਵਿੱਚ ਜਿਹੜੀ ਰਿਪਲਸ਼ਨ ਆ ਉਹ ਸਭ ਤੋਂ ਜ਼ਿਆਦਾ, ਫਿਰ ਇੱਕ ਲੋਨ ਪੇਅਰ ਅਤੇ ਇੱਕ ਬੌਂਡ ਪੇਅਰ ਆ ਤਾਂ ਉਸ ਤੋਂ ਘੱਟ। ਬੌਂਡ ਪੇਅਰ ਦੀ ਰਿਪਲਸ਼ਨ ਸਭ ਤੋਂ ਘੱਟ, ਕਿਉਂਕਿ ਬੌਂਡ ਪੇਅਰ ਜਿਹੜੇ ਹੈਗੇ ਉਹ ਬਿਜ਼ੀ ਆ ਬੌਂਡ ਬਣਾਉਣ ਦੇ ਵਿੱਚ, ਤਾਂ ਉਹਨਾਂ ਕੋਲ ਰਿਪਲਸ਼ਨ ਦਾ ਟਾਈਮ ਘੱਟ ਹੈ। ਲੋਨ ਪੇਅਰ ਵਿਹਲੇ ਆ ਤਾਂ ਉਹਨਾਂ ਨੇ ਰਿਪਲਸ਼ਨਸ ਜਿਹੜੀਆਂ ਹੈਗੀਆਂ ਮੈਕਸੀਮਮ ਆ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਰਿਪਲਸਿਵ ਫੋਰਸਿਸ ਡਿਕਰੀਜ਼ ਵਿਦ ਇਨਕਰੀਜ਼ ਇਨ ਬੌਂਡ ਐਂਗਲ, ਕਿ ਬੌਂਡ ਐਂਗਲ ਦੇ ਇਨਵਰਸਲੀ ਪ੍ਰਪੋਰਸ਼ਨਲ ਨੇ ਆਪਣੇ ਕੋਲੇ ਰਿਪਲਸਿਵ ਫੋਰਸਿਸ। ਠੀਕ ਹੈ, ਅਤੇ ਰਿਪਲਸਿਵ ਫੋਰਸਿਸ ਜਿਹੜੀਆਂ ਮਿਨੀਮਮ ਹੁੰਦੀਆਂ, ਮਿਨੀਮਮ ਰਿਪਲਸਿਵ ਫੋਰਸਿਸ ਕਿਹੜੇ ਬੌਂਡ ਐਂਗਲ ਵਾਸਤੇ ਹੁੰਦੀਆਂ? 180 ਵਾਸਤੇ। ਠੀਕ ਹੈ, 180 120 ਇਹਨਾਂ 'ਤੇ ਮਿਨੀਮਮ ਹੁੰਦੀਆਂ ਰਿਪਲਸਿਵ ਫੋਰਸਿਸ। ਮੈਕਸੀਮਮ ਰਿਪਲਸਿਵ ਫੋਰਸਿਸ ਕਿਹੜੇ ਐਂਗਲ 'ਤੇ ਹੁੰਦੀਆਂ? 90 ਡਿਗਰੀ 'ਤੇ। ਇਹਨਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਇਹਨਾਂ ਨੂੰ ਇਗਨੋਰ ਕਰ ਸਕਦੇ ਹਾਂ। ਇਹ ਰਿਪਲਸ਼ਨਸ ਥੋੜ੍ਹੀਆਂ ਬਹੁਤ ਘੱਟ ਹੁੰਦੀਆਂ ਨੇ। ਹੁਣ ਇਹ ਕਿਉਂ ਇਨਵਰਸਲੀ ਪ੍ਰਪੋਰਸ਼ਨਲ ਆ? ਵੀ ਬੌਂਡ ਐਂਗਲ ਜਿਵੇਂ ਜਿਵੇਂ ਵੱਧਦਾ ਉਵੇਂ ਉਵੇਂ ਰਿਪਲਸਿਵ ਫੋਰਸਿਸ ਘੱਟਦੀਆਂ। ਕਿਵੇਂ? ਜਿਵੇਂ ਜਿਵੇਂ ਦੇਖੋ ਬੌਂਡ ਐਂਗਲ ਹੈ ਕਿ A ਹੈ B ਹੈ, A ਅਤੇ B 'ਚ ਇੱਥੇ ਬੌਂਡ ਐਂਗਲ ਘੱਟ ਹੈ, ਇੱਥੇ ਬੌਂਡ ਐਂਗਲ ਜ਼ਿਆਦਾ ਹੈ। ਜਦੋਂ ਇਹ ਬੌਂਡ ਐਂਗਲ ਘੱਟ ਆ ਮੀਨਸ ਬੌਂਡਸ ਨੇੜੇ ਨੇੜੇ ਆ। ਬੌਂਡ ਨੇੜੇ ਆ ਤਾਂ ਰਿਪਲਸ਼ਨਸ ਕੀ ਹੋਣਗੀਆਂ? ਮੋਰ ਹੋਣਗੀਆਂ। ਅਤੇ ਜੇ ਬੌਂਡਸ ਦੂਰ ਦੂਰ ਹੈ ਤਾਂ ਰਿਪਲਸ਼ਨਸ ਕੀ ਹੋਣਗੀਆਂ? ਲੈਸ ਹੋਣਗੀਆਂ, ਕਿਉਂਕਿ ਇਲੈਕਟ੍ਰੋਨਸ ਆ ਜਿਹੜੇ ਉਹ ਦੂਰ ਹੋ ਗਏ, ਬੌਂਡਿੰਗ ਪੇਅਰ ਦੇ ਇਲੈਕਟ੍ਰੋਨ ਦੂਰ ਹੋ ਗਏ ਤਾਂ ਰਿਪਲਸ਼ਨਸ ਉਹਨਾਂ 'ਚ ਘੱਟ ਗਈਆਂ। ਤਾਂ ਦੀਜ਼ ਆਰ ਦਾ ਪੋਸਟੂਲੇਟਸ ਆਫ ਦਾ ਵੈਸਪਰ ਥਿਊਰੀ। ਨੈਕਸਟ ਹੈਗਾ ਹੁਣ ਆਪਣੇ ਕੋਲੇ ਟੇਬਲ ਬਣਾਉਣਾ ਹੈ ਕਿ ਆਪਾਂ ਦੇਖਣਾ ਹੁੰਦਾ ਕਿ ਕਿਹੜਾ ਜਿਹੜਾ ਇਲੈਕਟ੍ਰੋਨ ਹੈ ਕਿ ਕਿੰਨੇ ਇਲੈਕਟ੍ਰੋਨ ਹੋਣਗੇ ਅਤੇ ਉਹਦੇ ਅਰਾਊਂਡ ਕਿੰਨੀ ਸ਼ੇਪ ਆਊਗੀ। ਇਹ ਟੇਬਲ ਜਿਹੜਾ ਹੈਗਾ ਤੁਸੀਂ ਆਪਣੀ ਨੋਟਬੁੱਕਸ ਦੇ ਵਿੱਚ ਡਰੋ ਕਰਨਾ। ਪਹਿਲਾ ਕਾਲਮ ਇਹਦੇ 'ਚ ਨੰਬਰ ਆਫ ਇਲੈਕਟ੍ਰੋਨ ਪੇਅਰ ਅਰਾਊਂਡ ਦਾ ਸੈਂਟਰਲ ਐਟਮ, ਕਿ ਜਿਹੜਾ ਆਪਣੇ ਕੋਲੇ ਸੈਂਟਰਲ ਐਟਮ ਹੈ ਉਹਦੇ ਅਰਾਊਂਡ ਕਿੰਨੇ ਇਲੈਕਟ੍ਰੋਨ ਪੇਅਰ ਹੈ। 1 ਹੈ, 2 ਆ, 3 ਹੈ। ਆਹ ਉਹਦਾ 1 2 3 ਉਹਦੀ ਕਾਊਂਟਿੰਗ ਹੈ। ਉਸ ਤੋਂ ਬਾਅਦ ਵਿੱਚ ਲਿਖਿਆ ਹੋਇਆ ਸ਼ੇਪ ਆਫ ਮੋਲੀਕਿਊਲ, ਆਹ ਸ਼ੇਪ ਆਫ ਮੋਲੀਕਿਊਲ ਦਾ ਕਾਲਮ ਹੈ ਕਿ ਜੇ 2 ਇਲੈਕਟ੍ਰੋਨ ਆ ਤਾਂ ਉਹ ਟਾਈਪ ਆਫ ਮੋਲੀਕਿਊਲ, ਐਕਚੁਅਲੀ ਨੋਟ ਸ਼ੇਪ, ਇਟ ਇਜ਼ ਟਾਈਪ ਆਫ ਮੋਲੀਕਿਊਲ, ਕਿ ਮੋਲੀਕਿਊਲ ਕਿਹੜੀ ਟਾਈਪ ਦਾ ਹੋ ਸਕਦਾ ਉਹਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਸ਼ੇਪ ਦਾ ਨਾਮ, ਸ਼ੇਪ ਡਰੋ ਕਿਵੇਂ ਕਰਨੀ ਹੈ ਅਤੇ ਉਹਦੇ 'ਚ ਬੌਂਡ ਐਂਗਲ। ਇੱਕ ਲਾਸਟ 'ਤੇ ਕਾਲਮ ਬਣਾਉਣਾ ਤੁਸੀਂ ਹਾਈਬ੍ਰਿਡਾਈਜੇਸ਼ਨ ਦਾ ਐਂਡ ਉਹਨੂੰ ਬਲੈਂਕ ਛੱਡਣਾ ਇੱਕ ਵਾਰ, ਬਾਅਦ 'ਚ ਫਿਲ ਕਰਾਂਗੇ ਆਪਾਂ। ਇਹਦੇ ਵਿੱਚ ਹੁਣ ਜਿਵੇਂ 2 ਆ ਗਏ ਇਲੈਕਟ੍ਰੋਨ ਪੇਅਰ ਅਰਾਊਂਡ ਦਾ ਸੈਂਟਰਲ ਐਟਮ, ਉਹਦੇ ਵਿੱਚ ਟਾਈਪ ਆ ਜੂਗੀ AB2,
AB2 टाइप आ गई। ਜਦੋਂ AB2 टाइप आ गई, ਇਹ B ਮਤਲਬ ਇੱਥੇ ਬੌਂਡ ਪੇਅਰ ਹੈ, ਮੀਨਸ 2 ਬੌਂਡ ਪੇਅਰ ਹੀ ਆ ਗਏ, ਲੋਨ ਪੇਅਰ ਕੋਈ ਨਹੀਂ। ਜਦੋਂ ਲੋਨ ਪੇਅਰ ਹੈ ਨਹੀਂ ਤਾਂ ਜਮੈਟਰੀ ਉਹਦੀ ਲੀਨੀਅਰ ਹੈ। ਲੀਨੀਅਰ ਮਤਲਬ ਲਾਈਨ 'ਚ ਇਸ ਤਰੀਕੇ ਦੇ ਨਾਲ ਮੋਲੀਕਿਊਲ ਹੋਣਗੇ, ਇਸ ਤਰੀਕੇ ਦੇ ਨਾਲ ਜਿਹੜੇ ਮੋਲੀਕਿਊਲ ਆ ਉਹ ਲੱਗੇ ਹੋਣਗੇ। ਇਹਨਾਂ 'ਚ ਬੌਂਡ ਐਂਗਲ ਕਿੰਨਾ ਆਏਗਾ 180 ਡਿਗਰੀ। ਆ ਬੌਂਡ ਐਂਗਲ ਬਾਕਸ ਦੇ ਵਿੱਚ ਲਿਖਿਆ ਹੋਇਆ, ਠੀਕ ਹੈ। ਇਹ ਬੌਂਡ ਐਂਗਲ ਤੇ ਐਗਜ਼ਾਮਪਲ ਦਾ ਇਕੱਠਾ ਜਿਹੜਾ ਹੈਗਾ ਕਾਲਮ ਬਣਾਇਆ ਕਿਉਂਕਿ ਜਗ੍ਹਾ ਹੈ ਨਹੀਂ ਸੀ। ਆਹ ਇਹਦੀਆਂ ਐਗਜ਼ਾਮਪਲਸ ਹੈ ਕਿ ਕਿਹੜੇ ਕਿਹੜੇ ਮੋਲੀਕਿਊਲ ਆ ਜਿਹੜੇ ਲੀਨੀਅਰ ਸ਼ੇਪ ਦੇ ਵਿੱਚ ਐਗਜ਼ਿਸਟ ਕਰਦੇ ਆ, ਠੀਕ ਹੈ। ਅਤੇ ਉਹਦੇ ਵਿੱਚ ਇੱਕ ਪੁਆਇੰਟ ਰਹਿ ਗਿਆ ਸੀ ਪੋਸਟੂਲੇਟ ਵਿੱਚ ਕਿ ਆਪਾਂ ਜਿਹੜੇ ਮਲਟੀਪਲ ਬੌਂਡਸ ਆ ਉਹਨਾਂ ਨੂੰ ਕੀ ਕੰਸੀਡਰ ਕਰਦੇ ਹਾਂ, ਮਲਟੀਪਲ ਬੌਂਡਸ ਨੂੰ ਸਿੰਗਲ ਬੌਂਡ ਕੰਸੀਡਰ ਕਰਦੇ ਹਾਂ। ਕੀ ਕੰਸੀਡਰ ਕਰਦੇ ਹਾਂ, ਸਿੰਗਲ ਬੌਂਡ ਕੰਸੀਡਰ ਕਰਦੇ ਹਾਂ। ਇਹਦਾ ਵੀ ਮੈਂ ਦੱਸ ਦਿੰਦੀ ਹਾਂ ਕਿਵੇਂ ਆਊਗਾ। ਦੇਖੋ ਹੁਣ ਜਿਵੇਂ ਆਪਣੇ ਕੋਲ ਨੰਬਰ ਆਫ ਇਲੈਕਟ੍ਰੋਨਸ ਅਰਾਊਂਡ ਦਾ ਸੈਂਟਰਲ ਐਟਮ, ਇਲੈਕਟ੍ਰੋਨ ਪੇਅਰ, ਟਾਈਪ ਆ ਗਈ ਮੋਲੀਕਿਊਲ ਦੀ, ਫਿਰ ਜਿਓਮੈਟਰੀ ਆ ਗਈ, ਠੀਕ ਹੈ, ਫਿਰ ਉਹਦਾ ਬੌਂਡ ਐਂਗਲ ਆ ਜਾਏਗਾ। ਇਹ ਸਾਰੇ ਜਿਹੜੇ ਹੈਗੇ ਆਪਾਂ ਡਰੋ ਕਰਨੇ ਆ। ਚਲੋ ਇੱਥੇ ਨੰਬਰ ਆਫ ਇਲੈਕਟ੍ਰੋਨ ਮੰਨ ਲਓ 2 ਨੇ, ਟਾਈਪ AB2 ਆ ਗਈ, ਜਿਓਮੈਟਰੀ ਇਹਦੀ ਲੀਨੀਅਰ ਆ ਗਈ। ਲੀਨੀਅਰ ਆਪਾਂ ਇਸ ਤਰੀਕੇ ਨਾਲ ਡਰੋ ਕਰ ਦਿੰਦੇ ਹਾਂ। ਆਹ ਚੀਜ਼ ਆ ਗਈ, ਇਹ ਲਾਈਨ 'ਚ ਬਣ ਗਏ, ਠੀਕ ਹੈ। ਆਹ ਸੈਂਟਰਲ ਐਟਮ ਆ ਗਿਆ, ਇਹਦੇ ਆਸੇ ਪਾਸੇ B ਹੈ। ਇਹਦੇ 'ਚ ਐਗਜ਼ਾਮਪਲ ਤੁਹਾਡੇ ਕੋਲ BeF2 ਦੀ ਵੀ ਹੈ, ਠੀਕ ਹੈ। ਇਹਦੇ ਵਿੱਚ ਐਗਜ਼ਾਮਪਲ ਤੁਹਾਡੇ ਕੋਲ CO2 ਦੀ ਵੀ ਹੈ। ਹੁਣ CO2 ਦੀ ਐਗਜ਼ਾਮਪਲ ਅਤੇ ਆਹ ਮਲਟੀਪਲ ਬੌਂਡ ਵਾਲਾ ਕੰਸੈਪਟ ਦੋਨੇ ਇਕੱਠੇ ਆ। ਆਪਾਂ ਨੂੰ ਪਤਾ ਵੀ ਜਿਹੜੀ ਹੈਗੀ ਆਕਸੀਜਨ ਉਹ ਡਬਲ ਬੌਂਡ ਬਣਾਉਂਦੀ ਹੈ ਕਾਰਬਨ ਦੇ ਨਾਲ। ਜੇ ਡਬਲ ਬੌਂਡ ਬਣਾਉਂਦੀ ਹੈ ਤਾਂ ਇਹਦੇ ਪਾਸੇ ਬੌਂਡ ਪੇਅਰ ਦੇਖੋ ਕਿੰਨੇ ਹੋ ਗਏ, 1 2 3 ਅਤੇ 4 ਬੌਂਡ ਪੇਅਰ ਹੋ ਗਏ। ਮੀਨਜ਼ ਇਹਦੀ ਸ਼ੇਪ ਆ ਜਿਹੜੀ ਉਹ ਕੋਈ ਹੋਰ ਹੋਣੀ ਚਾਹੀਦੀ ਆ, ਪਰ ਇਹਦੀ ਸ਼ੇਪ ਆਪਣੇ ਕੋਲੇ ਕੀ ਆਉਂਦੀ ਆ, ਲੀਨੀਅਰ ਆਉਂਦੀ ਹੈ। ਕਿਉਂ ਲੀਨੀਅਰ ਆਉਂਦੀ ਹੈ, ਉਹੀ ਕਿ ਮਲਟੀਪਲ ਬੌਂਡ ਨੂੰ ਆਪਾਂ ਸਿੰਗਲ ਕੰਸੀਡਰ ਕਰਨਾ। ਜਿਹੜੇ ਹੁਣ ਇਹਦੇ 'ਚ ਡਬਲ ਬੌਂਡ ਬਣੇ ਵੇ ਆ, ਇਹ 2 ਨੇ, ਇਹਨੂੰ 1 ਬੌਂਡ ਮੰਨ ਲਿਆ, ਠੀਕ ਹੈ। ਮਲਟੀਪਲ ਬੌਂਡ ਨੂੰ ਆਪਾਂ, ਮਲਟੀਪਲ ਦਾ ਮਤਲਬ 2 ਜਾਂ 2 ਤੋਂ ਜ਼ਿਆਦਾ ਬੌਂਡ, 2 ਤੋਂ ਜ਼ਿਆਦਾ ਬੌਂਡ ਵਾਲੇ ਨੂੰ ਆਪਾਂ ਸਿੰਗਲ ਕੰਸੀਡਰ ਕਰਨਾ। ਇਹਨੂੰ 1 ਮੰਨ ਲਿਆ ਵੀ ਇਹ 1 ਹੀ ਬੌਂਡ ਬਣਿਆ, ਮੰਨ ਲਓ ਇਸ ਤਰੀਕੇ ਨਾਲ। ਹੁੰਦਾ ਅਸਲ 'ਚ 2 ਨੇ, ਮੰਨਣਾ ਹੈ ਕਿ ਆਪਾਂ 1 ਬੌਂਡ ਕੰਸੀਡਰ ਕਰਨਾ ਅਕੋਰਡਿੰਗ ਟੂ ਵੈਸਪਰ ਥਿਊਰੀ ਜਸਟ ਟੂ ਫਾਈਂਡ ਦਾ ਜਿਓਮੈਟਰੀ ਆਫ ਦਾ CO2। ਦੈਨ ਉਸ ਤੋਂ ਬਾਅਦ ਇਹ ਆ ਗਿਆ, ਇਹਨੂੰ ਵੀ ਸਿੰਗਲ ਕਰ ਲਿਆ। ਹੁਣ ਜੇ ਸਿੰਗਲ ਕੰਸੀਡਰ ਕਰ ਲਿਆ ਤਾਂ ਤੁਸੀਂ ਦੇਖੋ ਕਿੰਨੇ ਰਹਿ ਗਏ ਬੌਂਡ ਪੇਅਰ, 2। ਜਦੋਂ ਬੌਂਡ ਪੇਅਰ 2 ਹੁੰਦੇ ਆ ਆਪਣੇ ਕੋਲ ਅਰਾਊਂਡ ਦਾ ਸੈਂਟਰਲ ਐਟਮ, ਤਾਂ ਜਿਓਮੈਟਰੀ ਕੀ ਹੁੰਦੀ ਹੈ, ਲੀਨੀਅਰ। ਤਾਂ ਕਰਕੇ CO2 ਦੀ ਜਿਓਮੈਟਰੀ ਕੀ ਹੈ, ਲੀਨੀਅਰ ਹੈ। ਇਹ ਕੁਐਸਚਨ ਆ ਸਕਦਾ ਤੁਹਾਨੂੰ ਕਿ ਇਹਦੇ ਅਰਾਊਂਡ ਤਾਂ 4 ਬੌਂਡ ਪੇਅਰ ਆ ਪਰ ਇਹਦੀ ਜਿਓਮੈਟਰੀ ਲੀਨੀਅਰ ਆ, ਤਾਂ ਤੁਸੀਂ ਕੀ ਲਿਖੋਗੇ ਕਿ ਇਹ ਮਲਟੀਪਲ ਬੌਂਡਸ ਨੇ ਅਤੇ ਮਲਟੀਪਲ ਬੌਂਡਸ ਨੂੰ ਜਿਹੜਾ ਹੈਗਾ ਆਪਾਂ ਸਿੰਗਲ ਬੌਂਡ ਕੰਸੀਡਰ ਕਰਦੇ ਹਾਂ ਅਕੋਰਡਿੰਗ ਟੂ ਵੈਸਪਰ ਥਿਊਰੀ। ਦੇ ਜਦੋਂ ਸਿੰਗਲ ਬੌਂਡ ਕੰਸੀਡਰ ਕਰਦੇ ਹਾਂ ਤਾਂ ਉਹ 4 ਇਲੈਕਟ੍ਰੋਨ ਪੇਅਰ ਘੱਟ ਕੇ, 4 ਬੌਂਡ ਪੇਅਰ ਘੱਟ ਕੇ ਜਾਂ ਇਲੈਕਟ੍ਰੋਨ ਪੇਅਰ ਘੱਟ ਕੇ 2 ਹੀ ਰਹਿ ਜਾਂਦੇ ਆ। ਅਤੇ ਉਹ ਜਦੋਂ 2 ਇਲੈਕਟ੍ਰੋਨ ਪੇਅਰ ਰਹਿ ਜਾਂਦੇ ਆ ਤਾਂ ਉਦੋਂ ਜਿਓਮੈਟਰੀ ਆਪਣੇ ਕੋਲੇ ਲੀਨੀਅਰ ਹੁੰਦੀ ਹੈ, ਠੀਕ ਹੈ। ਤਾਂ CO2 ਇੰਪੋਰਟੈਂਟ ਐਗਜ਼ਾਮਪਲ ਹੈ ਇਹਦੇ ਵਿੱਚ। ਉਸ ਤੋਂ ਬਾਅਦ ਤੁਹਾਡੇ ਕੋਲੇ ਮੰਨ ਲਓ ਨੰਬਰ ਆਫ ਇਲੈਕਟ੍ਰੋਨ ਜਿਹੜੇ ਪੇਅਰ ਆ ਉਹ ਅਰਾਊਂਡ ਦਾ ਐਟਮ 3 ਆ ਗਏ। 3 'ਚੋਂ ਟਾਈਪ ਆ ਗਈ AB3 ਟਾਈਪ ਆ ਗਈ। ਜਦੋਂ ਤੁਹਾਡੇ ਕੋਲੇ ਤਾਂ ਜਿਓਮੈਟਰੀ ਹੁੰਦੀ ਹੈ ਟਰਾਇਗਨਲ ਪਲੇਨਰ। ਟਰਾਇਗਨਲ ਪਲੇਨਰ ਮੀਨਸ ਟਰਾਇੰਗਲ। ਟਰਾਇਗਨਲ ਪਲੇਨਰ ਦਾ ਮਤਲਬ ਕੀ ਹੈ, ਟਰਾਇੰਗਲ। ਪਲੇਨਰ ਮੀਨਸ ਇੱਕੋ ਪਲੇਨ 'ਚ ਹੋਣਗੇ ਤਿੰਨੋਂ ਬੌਂਡ। 3 ਬੌਂਡ ਹੈ ਤਾਂ ਤਿੰਨੋਂ ਨੇ A B, ਇਸ ਤਰੀਕੇ ਨਾਲ। ਇਹਨੂੰ ਤੁਸੀਂ ਇਸ ਤਰੀਕੇ ਨਾਲ ਵੀ ਡਰੋ ਕਰ ਸਕਦੇ ਹੋ, ਉਹ ਤੁਹਾਡੀ ਇੱਛਾ, ਦੋਨੋਂ ਸੇਮ ਹੀ ਨੇ। ਇਹਦੇ 'ਚ ਬੌਂਡ ਐਂਗਲ ਹੁੰਦਾ 120 ਡਿਗਰੀ ਦਾ, ਕਿ ਆ ਬੌਂਡ ਜਿਹੜੇ ਇੱਕ ਦੂਜੇ ਤੋਂ 120 ਡਿਗਰੀ 'ਤੇ ਪਏ ਆ, ਠੀਕ ਹੈ। ਅਤੇ ਇਹ ਹੈਗਾ ਹੁਣ ਆਪਣੇ ਕੋਲੇ ਮੈਕਸੀਮਮ ਡਿਸਟੈਂਸ 'ਤੇ ਨੇ ਅਤੇ ਮਿਨੀਮਮ ਰਿਪਲਸ਼ਨਸ ਨੇ। ਇਹ ਸਟੇਬਲ ਸਟੇਟ ਹੈ। ਇਹਦੇ 'ਚ ਐਗਜ਼ਾਮਪਲ ਤੁਸੀਂ BF3 ਦੀ ਦੇਖ ਸਕਦੇ ਹੋ, ਇਹ ਐਗਜ਼ਾਮਪਲ ਹੈ ਇਹਦੀ, ਠੀਕ ਹੈ। ਉਸ ਤੋਂ ਬਾਅਦ ਇਹ ਤਾਂ ਇਹ ਹੋ ਗਿਆ ਵੀ 3 ਇਲੈਕਟ੍ਰੋਨ ਪੇਅਰ ਆ ਅਤੇ ਤਿੰਨੇ ਦੇ ਤਿੰਨੇ ਬੌਂਡਿੰਗ ਪੇਅਰ ਆ। ਹੋ ਸਕਦਾ ਉਹਦੇ 'ਚ ਲੋਨ ਪੇਅਰ ਵੀ ਹੋਣ ਕਿਉਂਕਿ ਇਲੈਕਟ੍ਰੋਨ ਹੈ। AB2L, L ਇੱਥੇ ਲੋਨ ਪੇਅਰ ਹੈ, B ਬੌਂਡ ਪੇਅਰ ਹੈ, L ਲੋਨ ਪੇਅਰ ਹੈ, A ਸੈਂਟਰਲ ਐਟਮ ਹੈ ਹਰੇਕ 'ਚ। ਮੀਨਸ 2 ਬੌਂਡ ਪੇਅਰ ਆ ਗਏ, 1 ਲੋਨ ਪੇਅਰ ਆ ਗਿਆ, ਟੋਟਲ ਫਿਰ 3 ਹੋ ਗਏ। ਇਹ ਜਦੋਂ ਲੋਨ ਪੇਅਰ ਆ ਜਾਂਦੇ ਆ ਨਾ ਤਾਂ ਲੋਨ ਪੇਅਰ ਜਿਹੜੇ ਹੈਗੇ ਆ ਉਹ ਜਿਓਮੈਟਰੀ ਨੂੰ ਟਰਾਇਗਨਲ ਪਲੇਨਰ ਨਹੀਂ ਰਹਿੰਦੀ। ਇੱਥੇ ਟਰਾਇਗਨਲ ਪਲੇਨਰ ਤਾਂ ਹੀ ਜੇ ਤਿੰਨੇ ਬੌਂਡ ਪੇਅਰ ਹੈ।
ਤਾਂ ਜਿਓਮੈਟਰੀ ਲੋਨ ਪੇਅਰ ਆਪਾਂ ਤਿੰਨਾਂ ਤੋਂ ਕਿਸੇ ਪੋਜੀਸ਼ਨ 'ਤੇ ਲਾ ਸਕਦੇ ਹਾਂ, ਅਤੇ ਇੱਥੇ ਲਾਤੇ ਆਪਾਂ ਲੋਨ ਪੇਅਰ। ਮੰਨ ਲਓ ਆਹ ਬੀ ਰਹਿ ਗਈ। ਹੁਣ ਜਿਹੜੀ ਇਹਨਾਂ ਦੀ ਜਿਓਮੈਟਰੀ ਲੋਨ ਪੇਅਰ ਦੀ ਵੇਖਣੀ ਹੁੰਦੀ ਹੈ, ਜਦੋਂ ਲੋਨ ਪੇਅਰ ਹੁੰਦੇ ਆ ਤਾਂ ਵੈਸੇ ਵੀ ਮੋਲੀਕਿਊਲ ਦੀ ਜਿਓਮੈਟਰੀ ਆਪਾਂ ਲੋਨ ਪੇਅਰ ਤੋਂ ਬਿਨਾਂ ਹੀ ਦੇਖਦੇ ਹਾਂ। ਇੱਥੇ ਤਾਂ ਲੋਨ ਪੇਅਰ ਹੈ ਨਹੀਂ, ਤਾਂ ਕਰਕੇ ਤਿੰਨਾਂ ਨੂੰ ਕੰਸੀਡਰ ਕੀਤਾ ਜਿਓਮੈਟਰੀ 'ਚ। ਇੱਥੇ ਇੱਕ ਲੋਨ ਪੇਅਰ ਹੈਗਾ, ਇਹਨੂੰ ਛੱਡ ਦਿਓ। ਇਹਦੀ ਸ਼ੇਪ ਦੇਖੋ ਵੀ ਕੀ ਬਣਦੀ ਹੈ। ਇਹਦੀ ਸ਼ੇਪ ਬਣਦੀ ਹੈ ਆਪਣੇ ਕੋਲੇ ਵੀ ਸ਼ੇਪ, ਐਂਗੂਲਰ, ਜਾਂ ਇਹਨੂੰ ਬੈਂਟ ਸ਼ੇਪ ਕਹਿੰਦੇ ਆ ਆਪਾਂ, ਠੀਕ ਹੈ। ਅਤੇ ਇਹ ਸ਼ੇਪ ਬਣਦੀ ਆ। ਇਹਦੇ ਵਿੱਚ ਜਿਹੜਾ ਬੌਂਡ ਐਂਗਲ ਆ ਉਹ 120 ਤੋਂ ਲੈਸ ਹੀ ਹੋਊਗਾ। ਕਿਉਂ ਲੈਸ ਹੋਊਗਾ? ਕਿਉਂਕਿ ਦੇਖੋ ਹੁਣ ਆਹ ਰਿਪਲਸ਼ਨਸ ਆ ਜਾਣਗੀਆਂ। ਆਹ ਲੋਨ ਪੇਅਰ ਆ ਗਿਆ, ਲੋਨ ਪੇਅਰ ਅਤੇ ਬੌਂਡ, ਇੱਥੇ ਬੌਂਡ ਪੇਅਰ ਰਿਪਲਸ਼ਨਸ ਹੈ, ਇੱਥੇ ਲੋਨ ਪੇਅਰ ਬੌਂਡ ਪੇਅਰ ਹੈ। ਅਤੇ ਲੋਨ ਪੇਅਰ ਅਤੇ ਬੌਂਡ ਪੇਅਰ ਦੀਆਂ ਰਿਪਲਸ਼ਨਸ ਆ ਜਿਹੜੀਆਂ ਉਹ ਗ੍ਰੇਟਰ ਹੁੰਦੀਆਂ ਬੌਂਡ ਪੇਅਰ ਤੋਂ, ਠੀਕ ਹੈ। ਅਤੇ ਬੌਂਡ ਪੇਅਰ ਦੀਆਂ ਜਦੋਂ ਰਿਪਲਸ਼ਨਸ ਇਹਨਾਂ 'ਚ ਜ਼ਿਆਦਾ ਹੋ ਗਈਆਂ, ਇੱਥੇ ਲੋਨ ਪੇਅਰ ਆ ਗਿਆ, ਉਹਨੇ ਰਿਪੈਲ ਕਰਤੀ ਆ ਬੌਂਡ, ਇਹ ਇੱਥੇ ਹੋਣ ਦੀ ਬਜਾਏ ਇੱਧਰ ਨੂੰ ਸ਼ਿਫਟ ਹੋਣਗੇ। ਫਿਰ ਇਹ ਜਦੋਂ ਇੱਧਰ ਨੂੰ ਸ਼ਿਫਟ ਹੋ ਗਏ, ਇੱਧਰ ਨੂੰ ਸ਼ਿਫਟ ਹੋ ਕੇ ਇਹਨਾਂ ਦਾ ਬੌਂਡ ਫਿਰ ਪਹਿਲਾਂ ਨਾਲੋਂ ਕੀ ਹੋ ਗਿਆ, ਡਿਕਰੀਜ਼ ਹੋ ਗਿਆ। ਰਿਪਲਸ਼ਨਸ ਵੱਧ ਗਈਆਂ ਤਾਂ ਬੌਂਡ ਐਂਗਲ ਘੱਟ ਗਿਆ। ਆਪਾਂ ਪਹਿਲਾਂ ਹੀ ਪੜ੍ਹਿਆ ਵੀ ਉਹ ਇਨਵਰਸਲੀ ਪ੍ਰਪੋਰਸ਼ਨਲ ਹੈ, ਠੀਕ ਹੈ। ਅਤੇ ਇਹ ਚੀਜ਼ ਆ ਕਿ ਇੱਥੇ ਬੌਂਡ ਕੀ ਹੋਊਗਾ, 120 ਤੋਂ ਘੱਟ ਹੋਊਗਾ। 119 ਵੀ ਹੋ ਸਕਦਾ, ਕਿੰਨਾ ਮਰਜ਼ੀ ਹੋਵੇ, ਬਟ 120 ਤੋਂ ਹਮੇਸ਼ਾ ਘੱਟ ਹੋਊਗਾ। ਇਹਦੇ ਵਿੱਚ ਜੇ ਤੁਸੀਂ ਐਗਜ਼ਾਮਪਲ ਲੈਣੀ ਹੈ ਤਾਂ SO2 ਦੀ ਲੈ ਸਕਦੇ ਹੋ, ਠੀਕ ਹੈ। ਦੈਨ ਆ ਗਿਆ ਹੁਣ ਆਪਣੇ ਕੋਲੇ ਇਹਦੇ ਵਿੱਚ ਇੱਕ ਹੀ AB 2 ਹੀ ਕੇਸ ਨੇ ਤਿੰਨਾਂ ਵਾਲੇ 'ਚ। ਉਸ ਤੋਂ ਬਾਅਦ ਜੇ ਤੁਹਾਡੇ ਕੋਲੇ ਨੰਬਰ ਆਫ ਇਲੈਕਟ੍ਰੋਨ ਆਉਂਦੇ ਆ 4, ਨੰਬਰ ਆਫ ਇਲੈਕਟ੍ਰੋਨ ਪੇਅਰ ਕਿੰਨੇ ਆਉਂਦੇ ਆ, 4 ਪੇਅਰ ਦੇਖਣੇ ਇੱਥੇ। ਤਾਂ ਸ਼ੇਪ ਆਪਣੇ ਕੋਲੇ ਕੀ ਆ ਜਾਏਗੀ, AB4 ਟਾਈਪ ਦੀ ਪਹਿਲੀ। ਜਦੋਂ ਸਾਰੇ ਦੇ ਸਾਰੇ ਬੌਂਡ ਪੇਅਰ ਹੈ ਤਾਂ ਜਿਓਮੈਟਰੀ ਹੁੰਦੀ ਹੈ ਆਪਣੇ ਕੋਲੇ ਟੈਟਰਾਹੈਡਰਲ। ਜਿਓਮੈਟਰੀ ਕੀ ਹੁੰਦੀ ਹੈ, ਟੈਟਰਾਹੈਡਰਲ। ਟੈਟਰਾ ਮੀਨਸ 4। ਤਾਂ ਇਹ ਡਰੋ ਕਰਨੀ ਹੈ ਤਾਂ B B B B ਆ ਇਹਦੇ ਸੇਧ ਨੂੰ ਨਹੀਂ ਲਾਉਣਾ, ਉਹ ਇਹ ਥੋੜ੍ਹਾ ਜਿਹਾ ਟੇਢਾ ਹੁੰਦਾ। ਇਹਦੇ 'ਚ ਬੌਂਡ ਐਂਗਲ 109.5 ਡਿਗਰੀ, ਐਗਜ਼ਾਮਪਲ ਇਹਦੇ 'ਚ CH4 ਦੀ, ਠੀਕ ਹੈ। ਟੈਟਰਾਹੈਡਰਲ, ਜਦੋਂ ਕੋਈ ਲੋਨ ਪੇਅਰ ਨਹੀਂ ਤਾਂ ਆਹ ਟੈਟਰਾਹੈਡਰਲ ਜਿਓਮੈਟਰੀ ਹੈ ਇਹਦੀ। ਉਸ ਤੋਂ ਬਾਅਦ B ਕੇਸ ਹੈ, ਅਗੇਨ ਉਹੀ ਕਿ AB3 ਇੱਕ ਲੋਨ ਪੇਅਰ ਆ ਗਿਆ। ਲੋਨ ਪੇਅਰ ਆ ਗਿਆ ਤਾਂ ਜਿਓਮੈਟਰੀ ਟੈਟਰਾਹੈਡਰਲ ਨਹੀਂ ਰਹੂਗੀ, ਉਹ ਕੀ ਬਣ ਜੂਗੀ, ਡਿਸਟੋਰਟਡ ਟੈਟਰਾਹੈਡਰਲ। ਇਹ ਤੋਂ ਬਾਅਦ ਜਿਹੜੇ ਲੋਨ ਪੇਅਰ ਆਈ ਜਾਣਗੇ ਨਾ 4 ਪੇਅਰਾਂ ਦੇ ਵਿੱਚ, ਤਾਂ ਆਪਣੇ ਕੋਲ ਜਿਓਮੈਟਰੀ ਡਿਸਟੋਰਟਡ ਟੈਟਰਾਹੈਡਰਲ ਹੀ ਹੋਊਗੀ। ਸ਼ੇਪ ਆਪਾਂ ਪ੍ਰੋਪਰ ਲਿਖਾਂਗੇ। ਹੁਣ ਇਹ ਲੋਨ ਪੇਅਰ ਆ 4 ਪੋਜੀਸ਼ਨ ਤੋਂ, ਇੱਥੇ ਤੁਸੀਂ ਕਿਤੇ ਵੀ ਲਾ ਸਕਦੇ ਹੋ। ਚਾਰੇ ਪੋਜੀਸ਼ਨ ਇਕੁਅਲ ਹੁੰਦੀਆਂ ਇਹਦੀਆਂ, ਠੀਕ ਹੈ, ਸਾਰੀਆਂ ਇੱਕੋ ਪਲੇਨ 'ਚ ਹੁੰਦੀਆਂ ਨੇ। ਤਾਂ ਕਰਕੇ ਇਹ ਆ ਗਿਆ ਆਪਣੇ ਕੋਲੇ ਲੋਨ ਪੇਅਰ। ਆਪਾਂ ਆਪਦੀ ਕਨਵੀਨੀਅੰਸ ਲਈ ਉੱਪਰ ਲਾ ਦਿੰਦੇ ਹਾਂ। ਹੁਣ ਜੇ ਕਨਵੀਨੀਅੰਸ ਲਈ ਉੱਪਰ ਲਾਇਆ ਤਾਂ ਆਹ ਲੋਨ ਪੇਅਰ ਜੇ ਇੱਥੇ ਲਾਇਆ ਤਾਂ ਇਹਨਾਂ 'ਚ ਰਿਪਲਸ਼ਨਸ ਵੀ ਕ੍ਰੀਏਟ ਕਰੂਗਾ। ਰਿਪਲਸ਼ਨਸ ਕ੍ਰੀਏਟ ਕਰਕੇ ਉਹਨਾਂ ਨੂੰ ਨੇੜੇ ਨੇੜੇ ਕਰ ਦੂਗਾ। ਉਹਨਾਂ ਨੂੰ ਕੀ ਕਰ ਦੇਗਾ, ਨੇੜੇ ਨੇੜੇ ਕਰ ਦੇਗਾ। ਜਦੋਂ ਨੇੜੇ ਨੇੜੇ ਕਰ ਦੇਗਾ ਤਾਂ ਬੌਂਡ ਐਂਗਲ ਵਿਲ ਬੀ ਲੈਸ ਦੈਨ 109। ਇਹਦੇ ਤੋਂ ਘੱਟ ਜੂਗਾ ਬੌਂਡ ਐਂਗਲ ਜਿਓਮੈਟਰੀ ਤੋਂ, ਠੀਕ ਹੈ, ਕਿਉਂਕਿ ਲੋਨ ਪੇਅਰਸ ਆ ਜਾਂਦੇ। ਜੇ ਤੁਹਾਨੂੰ ਕੁਐਸਚਨ ਵੀ ਆਉਂਦਾ ਨਾ ਕਿ ਬੌਂਡ ਪੇਅਰ ਕਿਉਂ ਘੱਟਦੇ ਹੈਗੇ ਜਦੋਂ ਲੋਨ ਪੇਅਰ ਇੰਟਰੋਡਿਊਸ ਹੋ ਜਾਂਦਾ ਬੌਂਡ ਐਂਗਲ, ਤਾਂ ਤੁਸੀਂ ਲਿਖੋਗੇ ਕਿ ਮੈਗਨੀਟਿਊਡ ਰਿਪਲਸ਼ਨਸ ਦਾ ਵੱਧ ਜਾਂਦਾ। ਅਤੇ ਅਕੋਰਡਿੰਗ ਟੂ ਵੈਸਪਰ ਥਿਊਰੀ ਇਹਨਾਂ ਦਾ ਇਨਵਰਸਲੀ ਰਿਲੇਸ਼ਨ ਹੈ ਕਿ ਰਿਪਲਸ਼ਨਸ ਵੱਧ ਗਈਆਂ ਤਾਂ ਬੌਂਡ ਐਂਗਲ ਡਿਕਰੀਜ਼ ਹੁੰਦਾ, ਠੀਕ ਹੈ। ਤਾਂ ਇਹਦੇ ਵਿੱਚ ਐਗਜ਼ਾਮਪਲ ਹੈ ਜਿਹੜੀ ਉਹ NH3 ਦੀ ਆ, ਔਰ ਇਹ ਇੰਪੋਰਟੈਂਟ ਐਗਜ਼ਾਮਪਲ ਹੈ। NH3 ਦੀ ਐਗਜ਼ਾਮਪਲ ਹੈ ਇਹਦੇ ਵਿੱਚ। ਹੁਣ ਇਹਦੀ ਸ਼ੇਪ ਦੇਖੋ, ਆਹ ਪਿਰਾਮਿਡ ਬਣ ਗਿਆ। ਲੋਨ ਪੇਅਰ ਨੂੰ ਤਾਂ ਛੱਡਣਾ ਹੀ ਆ। ਇਹ ਬੌਂਡ ਆ ਜਿਹੜੀ ਇਹ ਕਿਵੇਂ ਹੋਏ ਵੀ ਆ, ਪਿਰਾਮਿਡ ਬਣਿਆ ਹੋਇਆ। ਤਾਂ ਕਰਕੇ ਇਹਦੀ ਜਿਓਮੈਟਰੀ ਕੀ ਆ ਜਾਂਦੀ ਹੈ ਆਪਣੇ ਕੋਲੇ, ਇੱਦਾਂ ਦੇ ਮੋਲੀਕਿਊਲ ਦੀ ਪਿਰਾਮਿਡਲ ਆ ਜਾਂਦੀ ਆ, ਠੀਕ ਹੈ। C ਕੇਸ ਹੈ ਕਿ 2 ਬੌਂਡ ਪੇਅਰ ਹੋਣ ਅਤੇ 2 ਹੀ ਲੋਨ ਪੇਅਰਸ ਹੋਣ। ਇੱਕ ਹੋਰ ਲੋਨ ਪੇਅਰ ਆ ਗਿਆ ਤਾਂ ਆਹ ਬੌਂਡਸ ਹੋਰ ਸ਼ਿਫਟ ਹੋ ਜਾਣਗੇ। ਲੋਨ ਪੇਅਰ ਦੀ ਡਿਸਟੈਂਸ ਜਿਹੜੀ ਉਹ ਵੱਧ ਜੂਗੀ, ਇਹ ਹੋਰ ਨੇੜੇ ਆ ਗਏ। ਜਦੋਂ ਇਹ ਦੋਨੋਂ ਨੇੜੇ ਆ ਗਏ ਫਿਰ ਛੱਡ ਦਿਓ ਅਤੇ 2 ਹੀ ਰਹਿ ਗਏ। ਅਤੇ ਦੋਵਾਂ 'ਤੇ ਜਦੋਂ ਆਪਾਂ ਦੇਖੀ ਸੀ ਇੱਥੇ ਕਿਹੜੀ ਹੈ, ਇੱਥੇ V ਸ਼ੇਪ ਹੈ, ਐਂਗੂਲਰ ਹੈ, ਬੈਂਟ ਸ਼ੇਪ ਹੈ, ਠੀਕ ਹੈ। V ਸ਼ੇਪ ਹੋ ਗਿਆ, ਐਂਗੂਲਰ ਹੋ ਗਿਆ, ਬੈਂਟ ਸ਼ੇਪ ਹੋ ਗਿਆ, ਠੀਕ ਹੈ। ਇਹਨਾਂ ਵਿੱਚ ਲੋਨ ਪੇਅਰਸ ਹੁੰਦੇ ਆ ਅਤੇ ਇੱਥੇ ਛੱਡਿਆ ਸੀ ਤਾਂ ਆਹੀ ਚੀਜ਼ ਉੱਥੇ ਆ, ਅਤੇ ਇਹੀ ਜਿਹੜੀ ਜਿਓਮੈਟਰੀ ਆ ਉੱਥੇ ਆ ਜਾਊਗੀ। ਇੱਥੇ ਵੀ ਕਿਹੜੀ ਆ ਜਾਊਗੀ, V ਸ਼ੇਪ ਆ ਜਾਏਗੀ, ਬੈਂਟ ਆ ਜਾਏਗੀ, ਜਾਂ
ਐਂਗੂਲਰ ਹੋ ਜਾਏਗੀ। ਠੀਕ ਹੈ, ਤੇ ਇਹਦੇ ਵਿੱਚ ਐਂਗਲ ਹੋਰ ਘੱਟ ਜਾਏਗਾ। NH3 'ਚ ਤਾਂ ਐਂਗਲ ਹੁੰਦਾ 107 ਡਿਗਰੀ ਦਾ। ਇਹਦੇ ਵਿੱਚ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ ਵਾਟਰ ਦੀ, ਤੇ ਵਾਟਰ ਦਾ ਐਂਗਲ ਹੁੰਦਾ 104.5 ਡਿਗਰੀ, ਹੋਰ ਘੱਟ ਗਿਆ ਰਿਪਲਸ਼ਨਸ, ਕਿਉਂਕਿ 2 ਆ ਗਏ ਆਪਣੇ ਕੋਲੇ। ਤੇ ਇਹਨਾਂ ਦੀ ਜਿਓਮੈਟਰੀ ਨੂੰ ਦੋਨਾਂ ਦੀ ਨੂੰ ਕੰਬਾਈਨਡ ਆਪਾਂ ਕਹਿੰਦੇ ਹੈਗੇ ਆ ਡਿਸਟੋਰਟਡ ਟੈਟਰਾਹੈਡਰਲ। ਔਰ ਇਹ ਦੋਨੋਂ ਹੀ ਬਹੁਤ ਇੰਪੋਰਟੈਂਟ ਨੇ, ਇਹ ਡਿਟੇਲ 'ਚ ਹਮੇਸ਼ਾ ਪੁੱਛੀਆਂ ਜਾਂਦੀਆਂ ਕਿ ਇਹਨਾਂ ਦੇ ਆਸੇ-ਪਾਸੇ 4 ਜਿਹੜੇ ਹੈਗੇ ਇਲੈਕਟ੍ਰੋਨ ਪੇਅਰ ਨੇ, ਪਰ ਜਿਓਮੈਟਰੀ ਟੈਟਰਾਹੈਡਰਲ ਨਹੀਂ ਆ। ਕਿਉਂ ਨਹੀਂ ਆ? ਕਿਉਂਕਿ ਚਾਰੇ ਦੇ ਚਾਰੇ ਬੌਂਡ ਪੇਅਰ ਨਹੀਂ ਹੈਗੇ। ਜਦੋਂ ਬੌਂਡ ਪੇਅਰ ਹੁੰਦੇ ਆ ਉਦੋਂ ਟੈਟਰਾਹੈਡਰਲ ਹੁੰਦੀ ਆ। ਜਦੋਂ ਲੋਨ ਪੇਅਰ ਆ ਜਾਂਦੇ ਆ ਤਾਂ ਲੋਨ ਪੇਅਰ ਰਿਪਲਸ਼ਨਸ ਕ੍ਰੀਏਟ ਕਰ ਦਿੰਦੇ ਆ। ਰਿਪਲਸ਼ਨਸ ਕ੍ਰੀਏਟ ਕਰਨ ਦੇ ਨਾਲ ਜਿਹੜੀ ਹੈਗੀ ਆ ਜਿਓਮੈਟਰੀ ਉਹ ਡਿਸਟਰਬ ਹੋ ਜਾਂਦੀ ਆ, ਤੇ ਉਹ ਰੈਗੂਲਰ ਟੈਟਰਾਹੈਡਰਲ ਨਾ ਰਹਿ ਕੇ ਪਿਰਾਮਿਡਲ ਤੇ ਵੀ ਸ਼ੇਪ 'ਚ ਕਨਵਰਟ ਹੋ ਜਾਂਦੀ ਆ, ਤੇ ਬੌਂਡ ਐਂਗਲ ਘਟ ਜਾਂਦਾ। ਠੀਕ ਹੈ, ਉਸ ਤੋਂ ਬਾਅਦ ਆ ਹੁਣ ਆਪਣੇ ਕੋਲੇ 5। ਜੇ ਤੁਹਾਡੇ ਕੋਲੇ ਇਲੈਕਟ੍ਰੋਨ ਪੇਅਰ 5 ਨੇ ਤਾਂ A ਟਾਈਪ ਆ ਗਈ AB5 ਦੀ। AB5 ਦੀ ਜਿਹੜੀ ਆ ਗਈ ਤੇ ਇਹਦੋਂ ਜਿਓਮੈਟਰੀ ਹੁੰਦੀ ਆ ਆਪਣੇ ਕੋਲੇ ਟਰਾਇਗਨਲ ਬਾਈ ਪਿਰਾਮਿਡਲ। ਠੀਕ ਹੈ, ਟਰਾਇਗਨਲ ਬਾਈ ਪਿਰਾਮਿਡਲ। ਟਰਾਇਗਨਲ ਬਾਈ ਪਿਰਾਮਿਡਲ ਮੀਨਸ ਇੱਥੇ ਕੀ ਆ ਆਪਣੇ ਕੋਲੇ ਟਰਾਇੰਗਲ ਹੈ, ਟਰਾਇਗਨਲ ਟਰਾਇੰਗਲ ਤੋਂ ਆਇਆ, ਬਾਈ ਮਤਲਬ 2, ਤੇ ਮਤਲਬ 2 ਪਿਰਾਮਿਡਲ ਆ ਗਏ। ਠੀਕ ਹੈ, ਤੇ ਇਹਦੇ ਵਿੱਚ ਹੁਣ ਆਪਣੇ ਕੋਲੇ A ਟਰਾਇੰਗਲ ਬਣਾਉਣੀ ਹੈ ਤੁਸੀਂ, B ਇਸ ਤਰੀਕੇ ਨਾਲ, ਇੱਕ ਬੌਂਡ ਉੱਪਰ ਆ ਜਾਏਗਾ, ਇੱਕ ਕੀ ਆ ਜਾਏਗਾ ਨੀਚੇ ਆ ਜਾਏਗਾ। ਠੀਕ ਹੈ, ਇਹਨੂੰ ਜੇ ਤੁਸੀਂ ਦੇਖਣਾ ਹੈ ਤਾਂ ਇਸ ਤਰੀਕੇ ਨਾਲ ਦੇਖ ਸਕਦੇ ਹੋ। ਜਿਵੇਂ ਆ ਨੋਟਬੁੱਕ ਆਪਣੇ ਕੋਲੇ, ਇਹਦੇ ਸੈਂਟਰ 'ਚ ਸੈਂਟਰਲ ਐਟਮ ਪਿਆ, ਤਾਂ ਇੱਕ ਬੌਂਡ ਇੱਥੇ, ਇੱਕ ਇੱਥੇ, ਇੱਕ ਇੱਥੇ, ਇਹ ਟਰਾਇੰਗਲ ਦੇ 3 ਬੌਂਡ ਬਣ ਗਏ। ਇੱਕ ਬੌਂਡ ਉੱਪਰ ਆ ਗਿਆ ਇਹਦੇ, ਇੱਕ ਬੌਂਡ ਇਹਦੇ ਨੀਚੇ ਚਲ ਗਿਆ। ਆਹ ਪਲੇਨ 'ਚ ਨੇ, ਆਹ ਇੱਕੋ ਪਲੇਨ ਆ, ਇੱਕੋ ਪਲੇਨ 'ਚ 3 ਬੌਂਡ ਨੇ। ਠੀਕ ਹੈ, ਜਿਹੜੇ ਟਰਾਇੰਗਲ ਵਾਲੇ ਆ, ਤੇ ਇੱਕ ਬੌਂਡ ਉਹਨਾਂ ਦੇ ਉੱਪਰ ਹੈ, ਇੱਕ ਨੀਚੇ ਆ। ਜਿਹੜਾ ਬੌਂਡ ਉੱਪਰ ਨੀਚੇ ਆ ਇਹ ਇਹਨਾਂ ਨਾਲ 90 ਡਿਗਰੀ 'ਤੇ ਆ, ਪਲੇਨ ਦੇ ਨਾਲ। ਆਹ ਦੇਖੋ 90 ਡਿਗਰੀ ਬਣ ਰਿਹਾ, ਬਿਲਕੁਲ ਸਟਰੇਟ ਐਂਗਲ। ਠੀਕ ਹੈ, ਤਾਂ ਇਹ ਬੌਂਡਸ ਜਿਹੜੇ ਹੈਗੇ ਇਹ 90 ਡਿਗਰੀ ਦਾ ਐਂਗਲ ਬਣਾਉਂਦੇ ਆ। ਇਹਨਾਂ ਦਾ ਆਪਸ ਦੇ ਵਿੱਚ 120 ਡਿਗਰੀ ਦਾ, ਮੀਨਸ ਇਹ 'ਚ ਬੌਂਡ ਐਂਗਲ 2 ਹੋਣਗੇ, 90 ਡਿਗਰੀ ਤੇ 120 ਡਿਗਰੀ। ਆਹ ਟਰਾਇੰਗਲ ਬਣ ਗਿਆ ਸੈਂਟਰ ਦੇ ਵਿੱਚ, ਆਹ ਉੱਪਰ ਨੀਚੇ ਕੀ ਬਣ ਗਏ 2 ਪਿਰਾਮਿਡ ਬਣ ਗਏ। ਤਾਂ ਜਿਓਮੈਟਰੀ ਇਜ਼ ਟਰਾਇਗਨਲ ਬਾਈ ਪਿਰਾਮਿਡਲ। ਤਾਂ ਜਿਓਮੈਟਰੀ ਕੀ ਬਣ ਗਈ ਆਪਣੇ ਕੋਲੇ ਟਰਾਇਗਨਲ ਬਾਈ ਪਿਰਾਮਿਡਲ। ਇਹਦੇ 'ਚ ਐਗਜ਼ਾਮਪਲ ਲੈਣੀ ਹੈ ਤਾਂ ਤੁਸੀਂ PCl5 ਦੀ ਲੈਣੀ ਹੈ। ਐਗਜ਼ਾਮਪਲ ਕਿਹਦੀ ਲੈਣੀ ਆਪਾਂ ਨੇ PCl5 ਦੀ। ਠੀਕ ਹੈ, ਉਸ ਤੋਂ ਬਾਅਦ B ਆ ਗਿਆ AB4L, ਕਿ 4 ਬੌਂਡ ਪੇਅਰ ਹੋਣ ਤੇ ਇੱਕ ਲੋਨ ਪੇਅਰ ਹੋਵੇ। ਹੁਣ ਜਿਹੜਾ ਇਹਦੇ 'ਚ ਲੋਨ ਪੇਅਰ ਆ, ਪਹਿਲਾਂ ਤੱਕ ਤਾਂ ਆਪਾਂ ਕਿਤੇ ਮਰਜ਼ੀ ਲਾ ਦਿੰਦੇ ਸੀ ਕਿਉਂਕਿ ਸਾਰੀਆਂ ਪੋਜੀਸ਼ਨਸ ਇਕੁਈਵੈਲੈਂਟ ਸੀਗੀਆਂ। ਹੁਣ ਇਹਦੇ ਵਿੱਚ ਪੋਜੀਸ਼ਨਸ ਇਕੁਈਵੈਲੈਂਟ ਨਹੀਂ ਹੈਗੀਆਂ, ਆਹ ਪਲੇਨ 'ਚ ਨੇ, ਆਹ ਆਊਟ ਆਫ ਪਲੇਨ ਨੇ। ਠੀਕ ਹੈ, ਤਾਂ ਇਹਦੇ ਵਿੱਚ ਜਿਹੜਾ ਲੋਨ ਪੇਅਰ ਲਾਉਣਾ ਹੈਗਾ, ਲੋਨ ਪੇਅਰ ਇੰਟਰੋਡਿਊਸ ਕਰਾਉਣਾ ਹੈ, ਉਹ ਆਪਾਂ ਟਰਾਇੰਗੂਲਰ ਪੋਜੀਸ਼ਨਸ 'ਤੇ ਕਰਾਉਣਾ ਹੈ, ਟਰਾਇੰਗਲ ਪੋਜੀਸ਼ਨਸ 'ਤੇ। ਠੀਕ ਹੈ, ਜਦੋਂ ਤੁਸੀਂ ਟਰਾਇੰਗਲ ਪੋਜੀਸ਼ਨਸ 'ਤੇ ਲਾਉਣਾ ਤਾਂ ਤਿੰਨਾਂ 'ਚੋਂ ਕਿਤੇ ਵੀ ਲਾ ਸਕਦੇ ਹੋ। ਕਿਉਂ ਲਾਉਣਾ ਟਰਾਇੰਗਲ ਪੋਜੀਸ਼ਨਸ 'ਤੇ? ਜਿਹੜੇ ਆ ਆਪਣੇ ਹੁੰਦੇ ਆ ਉੱਪਰ ਵਾਲੇ ਬੌਂਡ, ਇਹਨਾਂ ਨੂੰ ਆਪਾਂ ਐਕਸੀਅਲ ਬੌਂਡਸ ਕਹਿੰਦੇ ਆ, ਤੇ ਜਿਹੜੇ ਆ ਟਰਾਇੰਗਲ ਵਾਲੇ ਇਹਨਾਂ ਨੂੰ ਕਹਿੰਦੇ ਆ ਇਕੁਆਟੋਰੀਅਲ ਬੌਂਡਸ। ਠੀਕ ਹੈ, ਤਾਂ ਆਪਾਂ ਜਿਹੜੇ ਲੋਨ ਪੇਅਰ ਲਾਉਣੇ ਆ ਉਹ ਇਕੁਆਟੋਰੀਅਲ ਪੋਜੀਸ਼ਨਸ 'ਤੇ ਲਾਉਣੇ ਆ, ਐਕਸੀਅਲ 'ਤੇ ਨਹੀਂ ਲਾਉਣੇ। ਕਿਉਂ ਐਕਸੀਅਲ 'ਤੇ ਨਹੀਂ ਲਾਉਣੇ? ਕਿਉਂਕਿ ਐਕਸੀਅਲ 'ਤੇ ਲਾਉਣ ਨਾਲ ਮੋਰ ਰਿਪਲਸ਼ਨਸ ਆ ਜਾਂਦੀਆਂ ਨੇ, ਤੇ ਆਪਾਂ ਰਿਪਲਸ਼ਨ ਘੱਟ ਵਾਲੀ ਜਿਓਮੈਟਰੀ ਲੈਣੀ ਹੁੰਦੀ ਹੈ। ਤੁਸੀਂ ਲਗਾ ਕੇ ਵੀ ਦੇਖ ਲਓ ਇਹਦੇ ਵਿੱਚ, ਜੇ ਮੰਨ ਲਓ ਤੁਸੀਂ ਇੱਥੇ ਲੋਨ ਪੇਅਰ ਲਾਉਂਦੇ ਹੋ ਤਾਂ ਇਸ ਲੋਨ ਪੇਅਰ ਨੂੰ ਆਹ 3 ਰਿਪੈਲ ਕਰਦੇ ਆ, 1 2 3, ਤਾਂ 3 ਰਿਪਲਸ਼ਨਸ ਆ ਗਈਆਂ। ਜੇ ਇਹੀ ਲੋਨ ਪੇਅਰ ਤੁਸੀਂ ਟਰਾਇੰਗਲ ਦੀ ਕਿਸੇ ਵੀ ਪੋਜੀਸ਼ਨ 'ਤੇ ਲਾਉਂਦੇ ਹੋ, ਠੀਕ ਹੈ, ਟਰਾਇੰਗਲ ਦੀ ਕਿਸੇ ਵੀ ਪੋਜੀਸ਼ਨ 'ਤੇ ਲਾਉਂਦੇ ਹੋ ਤਾਂ ਉਦੋਂ ਜਿਹੜੀਆਂ ਹੈਗੀਆਂ ਇਹਨੂੰ ਰਿਪਲਸ਼ਨਸ ਆ 1 ਤੇ 2 ਹੀ ਪੈਂਦੀਆਂ, ਕਿਉਂਕਿ ਆ ਤਾਂ ਆਊਟ ਆਫ ਪਲੇਨ ਰਹਿ ਗਏ ਨਾ। ਇਹਦੇ ਆਸੇ ਪਾਸੇ ਤਾਂ 2 ਹੀ ਆ, ਇਹਦੇ 'ਚ 2 ਰਿਪਲਸ਼ਨਸ ਆ, ਤੇ ਇਹਦੇ 'ਚ ਰਿਪਲਸ਼ਨਸ ਲੈਸ ਨੇ ਤਾਂ ਇਹ ਮੋਰ ਸਟੇਬਲ ਹੈ। ਜੇ ਮੋਰ ਸਟੇਬਲ ਆ ਤਾਂ ਆਪਾਂ ਲੋਨ ਪੇਅਰ ਕਿੱਥੇ ਲਾਵਾਂਗੇ? ਟਰਾਇੰਗਲ ਵਾਲੀ ਪੋਜੀਸ਼ਨ 'ਤੇ ਲਾਵਾਂਗੇ। ਠੀਕ ਹੈ, ਤੇ ਜਦੋਂ ਟਰਾਇੰਗਲ ਵਾਲੀ ਪੋਜੀਸ਼ਨ 'ਤੇ ਲਾਉਂਗੇ ਤਾਂ AB4L ਦੀ ਜਿਹੜੀ ਜਿਓਮੈਟਰੀ ਆ ਉਹ ਦੇਖੋ ਕੀ ਬਣ ਜਾਏਗੀ। ਇੱਧਰ ਆ ਗਿਆ ਲੋਨ ਪੇਅਰ, B ਉੱਪਰ ਨੀਚੇ, ਇਹ ਜਿਓਮੈਟਰੀ ਨੂੰ ਆਪਾਂ ਕਹਿੰਦੇ ਆ ਸੀ-ਸਾ। ਇਸ ਜਿਓਮੈਟਰੀ ਦਾ ਨਾਮ ਕੀ ਆਪਣੇ ਕੋਲੇ? AB4L ਵਾਲੀ ਦਾ ਨਾਮ ਕੀ ਆਪਣੇ ਕੋਲੇ? ਸੀ-ਸਾ ਜਿਓਮੈਟਰੀ ਆ। ਠੀਕ ਹੈ, ਇਹਦੇ ਵਿੱਚ ਐਗਜ਼ਾਮਪਲ ਲੈਣੀ ਆ ਤਾਂ ਐਗਜ਼ਾਮਪਲ ਹੁੰਦੀ ਹੈ SF4 ਦੀ। ਐਗਜ਼ਾਮਪਲ ਕਿਹਦੀ ਹੋ ਜੂਗੀ?
SF4 ਦੀ। ਠੀਕ ਹੈ, ਤਾਂ ਉਸ ਤੋਂ ਬਾਅਦ ਹੁਣ ਇਹਦੇ ਵਿੱਚ C ਟਾਈਪ ਆਪਣੇ ਕੋਲੇ AB3L2, 2 ਲੋਨ ਪੇਅਰ ਆ ਗਏ, 3 ਬੌਂਡ ਪੇਅਰ ਆ ਗਏ। ਤਾਂ ਇਹਦੇ ਵਿੱਚ ਉਹੀ ਜਿਹੜੇ ਲੋਨ ਪੇਅਰ ਆ ਤੁਸੀਂ ਕਿਸੇ ਵੀ ਟਰਾਇੰਗਲ ਦੀਆਂ 2 ਪੋਜੀਸ਼ਨ 'ਤੇ ਲਾ ਦੋਗੇ। B B B, ਇਹ ਆ ਗਈ ਟੀ ਸ਼ੇਪ, ਇਹ ਆ ਗਈ ਆਪਣੇ ਕੋਲੇ ਟੀ ਸ਼ੇਪ। ਲੋਨ ਪੇਅਰ ਨੂੰ ਛੱਡ ਦਿਓ, ਸ਼ੇਪ ਦੇਖੋ ਟੀ, ਇਹਦੇ 'ਚ ਵੀ ਲੋਨ ਪੇਅਰ ਨੂੰ ਛੱਡ ਦਿਓ ਤਾਂ ਆਹ ਇੱਕ ਝੂਲਾ ਬਣ ਗਿਆ, ਦੂਸਰਾ ਬਣ ਗਿਆ। ਇਹ ਇਸ ਤਰੀਕੇ ਨਾਲ ਸੀਸੋ। ਠੀਕ ਹੈ, AB2L ਦੇ ਵਿੱਚ ਇਹ ਹੈਗੀ ਆਪਣੇ ਕੋਲੇ 2, ਇਹਨੂੰ ਛੱਡ ਦਿਓ ਤਾਂ ਆ ਗਈ ਆਪਣੇ ਕੋਲੇ ਟੀ ਸ਼ੇਪ। ਤਾਂ ਇਹ ਮੋਲੀਕਿਊਲ ਦੀ ਟੀ ਸ਼ੇਪ ਹੈ। ਐਗਜ਼ਾਮਪਲ ਇਹਦੇ 'ਚ ClF3 ਹੈ। ਠੀਕ ਹੈ, ਇਹਦੇ ਵਿੱਚ ਅਗਲਾ ਕੇਸ ਜਿਹੜਾ ਹੈਗਾ D AB2L3 ਕਿ 3 ਲੋਨ ਪੇਅਰ ਆ ਗਏ, 2 ਬੌਂਡ ਪੇਅਰ ਰਹਿ ਗਏ। ਇਹਦੇ ਵਿੱਚ ਆਪਣੇ ਕੋਲੇ A ਲੋਨ ਪੇਅਰ 1, ਦੂਸਰਾ, ਤੀਸਰਾ, ਤਿੰਨੋਂ B। ਹੁਣ ਇਹਨਾਂ ਨੂੰ ਛੱਡੋਗੇ ਤਾਂ ਇਹ ਇੱਕੋ ਲਾਈਨ 'ਚ ਰਹਿ ਗਏ ਅਤੇ ਇਹਦੀ ਜਮੈਟਰੀ ਆ ਗਈ ਆਪਣੇ ਕੋਲੇ ਲੀਨੀਅਰ। ਅਤੇ ਇਹਦੇ ਵਿੱਚ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ XeF2 ਦੀ। ਬੌਂਡ ਐਂਗਲ 180 ਡਿਗਰੀ ਆ ਜਾਊਗਾ। ਠੀਕ ਹੈ, ਲੋਨ ਪੇਅਰ ਦਾ ਆਪਾਂ ਬੌਂਡ ਐਂਗਲ ਲੈਂਦੇ ਹੀ ਨਹੀਂ ਆ, ਤਾਂ ਬੌਂਡ ਐਂਗਲ 180 ਡਿਗਰੀ ਆ ਜਾਏਗਾ। ਠੀਕ ਹੈ, ਅਤੇ AB2L3 ਹੋ ਗਿਆ। ਹੁਣ ਆ ਗਿਆ ਜੇ ਆਪਣੇ ਕੋਲੇ ਨੰਬਰ ਆਫ ਇਲੈਕਟ੍ਰੋਨ ਹੈਗੇ ਆ ਪੇਅਰ 6 ਹੁੰਦੇ ਆ, ਇਲੈਕਟ੍ਰੋਨ ਪੇਅਰ ਕਿੰਨੇ ਹੁੰਦੇ ਆ? 6 ਹੁੰਦੇ ਆ। ਤਾਂ A ਟਾਈਪ ਆ ਗਈ AB6 ਦੀ। AB6 ਆ ਗਿਆ ਤਾਂ ਇਹਦੇ ਵਿੱਚ ਸਾਰੇ ਬੌਂਡ ਪੇਅਰ ਆ ਗਏ ਅਤੇ ਜਮੈਟਰੀ 4 ਆ ਗਏ ਸਕੁਏਅਰ, ਜਿਵੇਂ ਉੱਥੇ 3 ਸੀ ਟਰਾਇੰਗਲ ਦੇ, ਆਹ ਉੱਪਰ ਨੀਚੇ ਆ ਗਏ ਬੌਂਡ, ਉੱਪਰ ਅਤੇ ਨੀਚੇ। ਉਵੇਂ ਜਿਵੇਂ ਇਹਦੇ ਵਿੱਚ ਸੈਂਟਰ ਹੈ, ਇੱਥੇ ਚਾਰੋਂ ਕਾਰਨਰ 'ਤੇ 4 ਬੌਂਡ ਆ ਗਏ, ਫਿਰ ਉੱਪਰ ਆ ਗਿਆ, ਫਿਰ ਨੀਚੇ ਆ ਗਿਆ। ਇਹਦੇ 'ਚ ਸਾਰੇ ਕਿਉਂਕਿ ਸਕੁਏਅਰ ਬਣਦਾ ਅਤੇ ਸਕੁਏਅਰ ਦੇ ਐਂਗਲ 90 ਡਿਗਰੀ ਹੁੰਦੇ ਆ, ਉੱਪਰ ਨੀਚੇ ਵੀ 90, ਤਾਂ ਬੌਂਡ ਐਂਗਲ 90 ਡਿਗਰੀ ਆ ਗਿਆ। ਇਹਦੇ 'ਚ ਐਗਜ਼ਾਮਪਲ SF6 ਦੀ ਆ ਗਈ। ਠੀਕ ਹੈ, ਉਸ ਤੋਂ ਬਾਅਦ ਇਹਦੇ ਵਿੱਚ ਕੇਸ ਹੈਗਾ ਆਪਣੇ ਕੋਲੇ BAB5L। ਹੁਣ ਇਹਦੇ 'ਚ ਲੋਨ ਪੇਅਰ ਉੱਪਰ ਨੀਚੇ ਲਾਉਣਾ, ਅਗੇਨ ਡਿਊ ਟੂ ਰਿਪਲਸ਼ਨਸ ਓਨਲੀ। ਠੀਕ ਹੈ, ਅਤੇ ਇਹਦੇ ਵਿੱਚ ਲੋਨ ਪੇਅਰ ਉੱਪਰ B B। ਠੀਕ ਹੈ, ਤਾਂ ਸਕੁਏਅਰ ਬਣ ਗਿਆ ਸੈਂਟਰ ਦੇ ਵਿੱਚ, ਇੱਕ ਕੀ ਬਣ ਗਿਆ? ਪਿਰਾਮਿਡ। ਤਾਂ ਇਹਦਾ ਨਾਮ ਕੀ ਆ ਗਿਆ ਆਪਣੇ ਕੋਲੇ? ਸਕੁਏਅਰ ਪਿਰਾਮਿਡਲ। ਇਹਦਾ ਨਾਮ ਕੀ ਆ ਗਿਆ? ਸਕੁਏਅਰ ਪਿਰਾਮਿਡਲ। ਆ ਸਕੁਏਅਰ ਬਣ ਗਿਆ ਅਤੇ ਪਿਰਾਮਿਡ ਬਣ ਗਿਆ। ਇਹਦਾ ਨਾਮ ਹੈਗਾ ਔਕਟਾਹੈਡਰਲ। ਠੀਕ ਹੈ, ਉਸ ਤੋਂ ਬਾਅਦ C ਕੇਸ ਆ ਗਿਆ ਆਪਣੇ ਕੋਲੇ AB4L2, 2 ਲੋਨ ਪੇਅਰ ਆ ਗਏ ਤਾਂ ਉਹ ਇਸ ਜਗ੍ਹਾ 'ਤੇ ਆ ਜਾਣਗੇ। B। ਠੀਕ ਹੈ, ਇਹਦੇ 'ਚ ਕੀ ਬਣਦਾ ਪਿਆ? ਸਕੁਏਅਰ, ਤਾਂ ਇਹਦੀ ਜਮੈਟਰੀ ਆ ਗਈ ਸਕੁਏਅਰ ਪਲੇਨਰ। ਇਹਦੇ 'ਚ ਐਗਜ਼ਾਮਪਲ ਹੈ XeF4 ਦੀ। ਠੀਕ ਹੈ, ਉਹਦੇ ਵਿੱਚ ਜਿਹੜੀ ਹੈਗੀ ਹੈ ਤੁਸੀਂ ਲੈਣੀ ਹੈ BrF5 ਦੀ। ਲੋਨ ਪੇਅਰਸ ਨੂੰ ਲੈਣਾ ਨਹੀਂ ਹੈ। ਉਸ ਤੋਂ ਬਾਅਦ ਜੇ ਇਲੈਕਟ੍ਰੋਨ ਪੇਅਰ ਆਪਣੇ ਕੋਲੇ 7 ਹੁੰਦੇ ਆ ਤਾਂ ਇਹਦੇ ਵਿੱਚ ਇੱਕ ਹੀ ਟਾਈਪ ਡਿਸਕਸ ਕਰਾਂਗੇ AB7 B B। ਠੀਕ ਹੈ, ਉੱਪਰ ਨੀਚੇ, ਅਤੇ ਇਹ ਬਣਦਾ ਪੈਂਟਾਗਨ, ਅਤੇ ਇਹਦੀ ਨਾਮ ਕੀ ਆ ਗਿਆ? ਪੈਂਟਾਗਨਲ। 2 ਪਿਰਾਮਿਡ ਬਣਦੇ ਉੱਪਰ ਨੀਚੇ, ਬਾਈ ਪਿਰਾਮਿਡਲ। ਪੈਂਟਾਗਨਲ ਬਾਈ ਪਿਰਾਮਿਡਲ। ਐਗਜ਼ਾਮਪਲ ਇਹਦੇ 'ਚ IF7। ਠੀਕ ਹੈ, ਤਾਂ ਇਹ ਹੈਗੀਆਂ ਜਮੈਟਰੀਜ਼ ਜਿਹੜੀਆਂ ਤੁਸੀਂ ਰਿਪੀਟ ਕਰਕੇ ਵੀਡੀਓ ਦੇਖ ਸਕਦੇ ਹੋ। ਜੇ ਕਿਸੇ ਨੂੰ ਕੋਈ ਵੀ ਨਹੀਂ ਕਲੀਅਰ ਹੋਈ ਤਾਂ ਡਾਊਟ ਪੁੱਛ ਸਕਦੇ ਹੋ। ਠੀਕ ਹੈ, ਇਹ ਸਾਰੀਆਂ ਆਪਣੇ ਕੋਲੇ ਸੀਗੀਆਂ ਜਮੈਟਰੀਜ਼। ਹੁਣ ਤੁਸੀਂ ਇਹਨਾਂ ਜਮੈਟਰੀਜ਼ ਨੂੰ ਲਿਖਣਾ ਕਿਵੇਂ ਆ? ਠੀਕ ਹੈ, ਕੁਐਸਚਨ ਤੁਹਾਨੂੰ ਆਊਗਾ ਅਤੇ ਤੁਸੀਂ ਲਿਖਣਾ ਕਿਵੇਂ ਆ ਉਹ ਮੈਂ ਤੁਹਾਨੂੰ ਇੱਥੇ ਦੱਸ ਦਿੰਦੀ ਹਾਂ। ਡਿਸਕਸ ਦਾ ਸ਼ੇਪ ਆਫ BeF2 ਮੋਲੀਕਿਊਲ ਔਨ ਦਾ ਬੇਸਿਸ ਆਫ ਵੈਸਪਰ ਥਿਊਰੀ। ਪਹਿਲਾਂ ਤੁਸੀਂ ਮੋਲੀਕਿਊਲ ਲਿਖਣਾ, ਫਿਰ ਉਹਦਾ ਸੈਂਟਰਲ ਐਟਮ ਲੱਭਣਾ, ਫਿਰ ਸੈਂਟਰਲ ਐਟਮ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ, ਫਿਰ ਉਹਦੇ ਵੈਲੈਂਸ ਸ਼ੈਲ ਇਲੈਕਟ੍ਰੋਨਸ। ਉਸ ਤੋਂ ਬਾਅਦ ਮੋਲੀਕਿਊਲ ਦੀ ਲੂਇਸ ਡਾਟ ਸਟਰਕਚਰ ਬਣਾਉਣੀ ਹੈ। ਮੋਲੀਕਿਊਲ ਦੀ ਲੂਇਸ ਡਾਟ ਸਟਰਕਚਰ ਜਦੋਂ ਬਣਾਈ, ਇਹਦੇ ਵੈਲੈਂਸ ਸ਼ੈਲ 'ਚ 2 ਇਲੈਕਟ੍ਰੋਨ ਸੀ, ਦੋਨਾਂ ਨੇ ਫਲੋਰੀਨ ਨਾਲ ਬੌਂਡ ਬਣਾ ਲਿਆ। ਮੀਨਸ ਇਹਦੇ ਅਰਾਊਂਡ 2 ਇਲੈਕਟ੍ਰੋਨ ਪੇਅਰ ਨੇ।
2 ਇਲੈਕਟ੍ਰੋਨ ਪੇਅਰ ਜਦੋਂ ਇਹਦੇ ਅਰਾਊਂਡ ਨੇ ਤੇ ਕੋਈ ਲੋਨ ਪੇਅਰ ਨਹੀਂ, ਸਾਰੇ ਦੇ ਸਾਰੇ ਬੌਂਡ ਪੇਅਰ ਹੈ। ਤਾਂ ਟੇਬਲ 'ਚ ਜਾਓ, ਟੇਬਲ 'ਚ ਜਾ ਕੇ ਦੇਖੋ ਤੁਸੀਂ ਉੱਥੇ ਜਿਹੜੀ ਆਪਾਂ ਸ਼ੇਪ ਬਣਾਈ ਸੀ ਉਹ ਕਿਹੜੀ ਬਣਾਈ ਸੀ, ਲੀਨੀਅਰ। ਬੌਂਡ ਐਂਗਲ 180, ਆਹ ਲੀਨੀਅਰ ਸ਼ੇਪ ਹੈ। ਜਦੋਂ ਤੁਹਾਨੂੰ ਪੇਪਰ 'ਚ ਕੁਐਸਚਨ ਆਉਂਦਾ ਤਾਂ ਤੁਸੀਂ ਜਿਓਮੈਟਰੀ ਲਿਖਣੀ ਹੈ, ਬੌਂਡ ਐਂਗਲ ਲਿਖਣਾ ਹੈ ਅਤੇ ਆਹ ਜਿਹੜੀ ਸ਼ੇਪ ਹੈ ਇਹ ਡਰੋ ਕਰਕੇ ਆਉਣੀ ਹੈ। ਠੀਕ ਹੈ, ਇਹਦੇ ਮਾਰਕਸ ਹੈ। ਇਹ ਸ਼ੇਪ ਐਂਡ 'ਤੇ ਜਿਹੜੀ ਤੁਸੀਂ ਜਿਓਮੈਟਰੀ ਲਿਖੀ ਹੋਊਗੀ ਐਂਡ 'ਤੇ ਉਹਨੂੰ ਡਰੋ ਕਰਕੇ ਹੀ ਆਉਣਾ ਹੈ। ਠੀਕ ਹੈ, ਤਾਂ ਕਰਕੇ ਸਾਰੀਆਂ ਜਿੰਨੀਆਂ ਵੀ ਤੁਹਾਡੀ ਬੁੱਕ ਦੇ ਵਿੱਚ ਗਿਵਨ ਹੈਗੀਆਂ ਸਾਰੀਆਂ ਨੂੰ ਡਰੋ ਕਰਕੇ ਦੇਖਣਾ, ਚਾਹੇ ਰਫ ਚਾਹੇ ਫੇਅਰ, ਸਾਰੀਆਂ ਇੱਕ ਵਾਰ ਆਪਦੇ ਹੱਥਾਂ ਵਿੱਚੋਂ ਦੀ ਕੱਢਣੀਆਂ ਸੋ ਦੈਟ ਕੱਲ੍ਹ ਨੂੰ ਤੁਸੀਂ ਪੇਪਰ 'ਚ ਦੇਖੋ ਤਾਂ ਆਪਦੀ ਜਿਹੜੀ ਹੈਗੀ ਆ ਉਹ ਤੁਸੀਂ ਦੇਖ ਸਕੋ। ਠੀਕ ਹੈ, ਪੇਪਰ ਦੇ ਵਿੱਚ ਡਰੋ ਕਰਨ ਵੇਲੇ ਤੁਹਾਨੂੰ ਪ੍ਰੋਬਲਮ ਨਾ ਆਵੇ, ਕਿਉਂਕਿ ਜਿਓਮੈਟਰੀਜ਼ ਡਰੋ ਕਰਨੀਆਂ ਤੁਹਾਡੇ ਲਈ +1 ਲੈਵਲ 'ਤੇ ਥੋੜ੍ਹੀਆਂ ਡਿਫੀਕਲਟ ਹੋਣਗੀਆਂ, ਤਾਂ ਕਰਕੇ ਉਹਨਾਂ ਨੂੰ ਡਰੋ ਕਰਕੇ ਜ਼ਰੂਰ ਦੇਖਣਾ ਬੱਚੇ। ਉਸ ਤੋਂ ਬਾਅਦ PCl5 ਅਤੇ IF7 ਦੀਆਂ ਸੈਂਟਰਲ ਐਟਮ ਉਹੀ P, ਉਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ, ਵੈਲੈਂਸ ਸ਼ੈਲ ਇਲੈਕਟ੍ਰੋਨਸ, ਸਾਰੇ ਦੇ ਸਾਰੇ ਬੌਂਡ ਪੇਅਰ ਆ, ਕੋਈ ਲੋਨ ਪੇਅਰ ਨਹੀਂ ਹੈਗਾ। ਅਤੇ ਜਿਓਮੈਟਰੀ ਆ ਗਈ ਆਪਣੇ ਕੋਲ ਟਰਾਈਗਨਲ ਬਾਈ ਪਿਰਾਮਿਡਲ। ਇਹਨੂੰ ਇਸ ਤਰੀਕੇ ਨਾਲ ਡਰੋ ਕਰਤਾ। ਆਹ ਦੋਨੋਂ ਬੌਂਡ ਐਕਸੀਅਲ ਹੋ ਗਏ, ਆਹ ਤਿੰਨੋਂ ਇਕੁਆਟੋਰੀਅਲ ਹੋ ਗਏ ਅਤੇ ਇਹਦੇ 5 ਬੌਂਡ PCl5 ਦੇ ਇਕੁਅਲ ਨਹੀਂ ਹੁੰਦੇ। ਠੀਕ ਹੈ, ਕਿਉਂ ਨਹੀਂ ਇਕੁਅਲ ਹੁੰਦੇ, ਦੇਖੋ ਐਕਸੀਅਲ ਬੌਂਡ ਆ ਜਿਹੜੇ ਉਹ ਲਾਰਜਰ ਹੁੰਦੇ ਆ। ਕਿਉਂ ਲਾਰਜਰ ਹੁੰਦੇ, ਕਿਉਂਕਿ ਐਕਸੀਅਲ ਬੌਂਡ ਨੂੰ ਆਹ 3 ਚੀਜ਼ਾਂ ਰਿਪੈਲ ਕਰਦੀਆਂ ਪਈਆਂ ਅਤੇ ਜਦੋਂ ਰਿਪਲਸ਼ਨਸ ਨੂੰ ਘਟਾਉਣ ਵਾਸਤੇ ਉਹ ਕੀ ਹੋਣਗੇ, ਦੂਰ ਹੋਣਗੇ। ਜਦੋਂ ਉਹ ਦੂਰ ਹੋਣਗੇ ਤਾਂ ਸਾਈਜ਼ ਕੀ ਹੋ ਜਾਊਗਾ ਉਹਨਾਂ ਦਾ, ਲੰਬਾ ਹੋ ਜਾਊਗਾ। ਠੀਕ ਹੈ, ਇਕੁਆਟੋਰੀਅਲ ਬੌਂਡ ਨੂੰ 2 ਰਿਪੈਲ ਕਰਦੇ ਆ, ਐਕਸੀਅਲ ਬੌਂਡ ਨੂੰ 3 ਰਿਪਲਸ਼ਨਸ ਪੈਂਦੀਆਂ, ਤਾਂ ਕਰਕੇ ਐਕਸੀਅਲ ਬੌਂਡਸ ਆ ਜਿਹੜੇ ਉਹ ਕੀ ਹੁੰਦੇ ਆ, ਲਾਰਜਰ ਹੁੰਦੇ ਆ ਇਕੁਆਟੋਰੀਅਲ ਬੌਂਡਸ ਦੇ ਨਾਲੋਂ। ਠੀਕ ਹੈ, ਇਹ ਕੁਐਸਚਨ ਇੰਪੋਰਟੈਂਟ ਹੈ +2 'ਚ ਵੀ +1 'ਚ ਵੀ ਦੋਨਾਂ 'ਚ। IF7 ਆ ਗਿਆ, ਇਹ ਆਪਣੇ ਕੋਲੇ ਪੈਂਟਾਗਨਲ ਬਾਈ ਪਿਰਾਮਿਡਲ ਹੈ। ਠੀਕ ਹੈ, ਉਸ ਤੋਂ ਬਾਅਦ NH3 ਅਤੇ ਵਾਟਰ ਦੀਆਂ ਆ ਗਈਆਂ, ਨਾਈਟ੍ਰੋਜਨ ਹੈ, ਲੋਨ ਪੇਅਰਸ ਦਾ ਕਰਕੇ ਇਹਨਾਂ ਦੀ ਸ਼ੇਪ ਆ ਜਿਹੜੀ ਚੇਂਜ ਹੋ ਜਾਂਦੀ ਹੈ, ਟੈਟਰਾਹੈਡਰਲ ਨਹੀਂ ਰਹਿੰਦੀ ਗੀ। ਹਰੇਕ ਦੇ ਵਿੱਚ ਜੇ ਤੁਹਾਡੀ ਲੋਨ ਪੇਅਰਸ ਆਉਂਦੇ ਤਾਂ ਲੋਨ ਪੇਅਰ ਕਰਕੇ ਰਿਪਲਸ਼ਨਸ ਹਮੇਸ਼ਾ ਵੱਧਦੀਆਂ ਅਤੇ ਬੌਂਡ ਐਂਗਲ ਘਟਦਾ। ਠੀਕ ਹੈ, ਬਾਕੀ ਜਿਹੜੀਆਂ ਦਿੱਤੀਆਂ ਹੋਈਆਂ ਤੁਹਾਡੀ ਬੁੱਕ ਦੇ ਵਿੱਚ ਸਾਰੀਆਂ ਤੁਸੀਂ ਜਿਹੜੀਆਂ ਹੈਗੀਆਂ ਖੁਦ ਡਰੋ ਕਰਨੀਆਂ ਨੇ, ਟਰਾਈ ਕਰਨੀਆਂ ਨੇ। ਜੇ ਕਿਸੇ ਨੂੰ ਕਿਸੇ 'ਚ ਵੀ ਪ੍ਰੋਬਲਮ ਲੱਗਦੀ ਹੈਗੀ ਆ ਤਾਂ ਯੂ ਕੈਨ ਆਸਕ ਮੀ ਐਨੀ ਟਾਈਮ। ਦਿਸ ਇਜ਼ ਆਲ ਅਬਾਊਟ ਵੈਸਪਰ ਥਿਊਰੀ ਬੱਚੇ। ਇਹਦੇ ਨਾਲ ਦੇ ਕੁਐਸਚਨ ਜਿੰਨੇ ਮੈਕਸੀਮਮ ਹੋ ਸਕਦੇ ਜਿੱਥੋਂ ਵੀ ਲੱਭਦੇ ਆ ਸਾਰੇ ਕਰਨੇ ਆ। ਕਿਸੇ ਕੁਐਸਚਨ ਤੁਹਾਨੂੰ ਡਾਊਟ ਰਹਿੰਦਾ ਤਾਂ ਪੁੱਛ ਸਕਦੇ ਹੋ।